ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਰਹੇ ਸੀ, ਸਤਿਗੁਰੂ ਜੀ ਸਮਝਾਉਂਦੇ ਨੇ ਕਿ ਕਿਵੇਂ ਉਸ ਪਰਮ ਪਦ ਨੂੰ ਪ੍ਰਾਪਤ ਕਰਦਾ ਹੈ ਜੀ। ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁੱਖ ਨਾਠੇ। ਸਾਧੂ ਜਨਾਂ ਦਾ ਸੰਗ ਕਰਦੇ ਹਾਂ ਅਤੇ ਉਹ ਸਾਨੂੰ ਪ੍ਰਭੂ ਦੇ ਨਾਲ ਪ੍ਰੇਮ ਪਾਉਣ ਦਾ ਵਿਧੀ ਦੱਸਦੇ ਨੇ, ਤਰੀਕਾ ਦੱਸਦੇ ਨੇ। ਪ੍ਰੇਮ ਭਗਤੀ ਕਰਦੇ ਹਾਂ ਜਦੋਂ, ਅਤੇ ਸਾਨੂੰ ਪਰਮ ਪਦ ਪ੍ਰਾਪਤ ਹੋ ਜਾਂਦਾ ਹੈ। ਦੁੱਖ ਖਤਮ ਹੋ ਜਾਂਦੇ ਨੇ, ਵਿਛੋੜਾ ਖਤਮ ਹੋ ਜਾਂਦਾ ਹੈ, ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ ਹੈ। ਛਿਜੇ ਨਾ ਜਾਏ ਕਿਛ ਪਉ ਨਾ ਵਿਆਪੇ। ਨਾ ਛਿਜਦਾ ਹੈ, ਨਾ ਖੁੱਸਦਾ ਹੈ, ਜਾਂਦਾ ਹੈ, ਨਾ ਕੋਈ ਡਰ ਲੱਗਦਾ ਹੈ, ਵਿਆਪਦਾ ਹੈ। ਹਰ ਤਨ ਨਿਰਮਲ ਗਾਠੇ। ਉਹ ਨਿਰਮਲ ਤਨ ਹਰੀ ਦਾ, ਉਸ ਨੂੰ ਅਸੀਂ ਗੱਠ ਬੰਨ੍ਹ ਲੈਂਦੇ ਹਾਂ, ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਾਂ, ਮਨ ਦੇ ਵਿੱਚ ਉਸ ਨੂੰ ਵਸਾ ਲੈਂਦੇ ਹਾਂ। ਫਿਰ ਪਰਮ ਪਦ ਪ੍ਰਾਪਤ ਹੋ ਜਾਂਦਾ ਹੈ। ਐਸਾ ਤਨ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਕੋਈ ਚੁਰਾ ਵੀ ਨਹੀਂ ਸਕਦਾ। ਅੰਤ ਕਾਲ ਪ੍ਰਭ ਪਏ ਸਹਾਈ, ਇਤੁ ਉਤਰਾਖਣ ਹਾਰੇ। ਇੱਥੇ ਵੀ ਰਖਵਾਲੀ ਕਰਦਾ ਹੈ, ਉੱਥੇ ਵੀ ਰਖਵਾਲੀ ਕਰਦਾ ਹੈ, ਫਿਰ ਅੰਤ ਸਮੇਂ ਸਾਡੀ ਸਹਾਇਤਾ ਕਰਦਾ ਹੈ। ਪ੍ਰਾਣ ਮੀਤ ਹੀਤ ਤਨ ਮੇਰਾ, ਨਾਨਕ ਸਦ ਬਲਿਹਾਰੇ। ਅਤੇ ਸਮਝਾਉਂਦੇ ਨੇ ਕਿ ਸਦਾ ਉਸ ਤੋਂ ਬਲਿਹਾਰੇ ਜਾਂਦੇ ਹਾਂ। ਉਹ ਪ੍ਰਾਣ ਮਿੱਤ, ਜਿੱਥੋਂ ਪ੍ਰਾਣ ਆਉਂਦੇ ਨੇ ਉੱਥੋਂ ਉਸ ਦਾ ਚਰਨ ਸ਼ੁਰੂ ਹੋ ਜਾਂਦੇ ਨੇ। ਅਸੀਂ ਉਸ ਨੂੰ ਆਪਣੇ ਪਿਆਰ ਦੇ ਵਿੱਚ, ਆਪਣੇ ਹਿੱਤ ਦੇ ਵਿੱਚ ਉਸ ਦੇ ਨਾਲ ਪਿਆਰ ਪਾਉਂਦੇ ਹਾਂ ਅਤੇ ਉਸ ਤੋਂ ਬਲਿਹਾਰੇ ਜਾਂਦੇ ਹਾਂ। ਕਿਉਂਕਿ ਪ੍ਰੇਮ ਹੀ ਸੱਚਾ ਤਨ ਹੈ। ਜਦੋਂ ਪ੍ਰਭੂ ਦੇ ਚਰਨਾਂ ਦੇ ਨਾਲ ਮਨ ਜੁੜ ਜਾਂਦਾ ਹੈ, ਪ੍ਰੇਮ ਪੈ ਜਾਂਦਾ ਹੈ, ਇਹੀ ਸੱਚਾ ਤਨ ਹੈ। ਪਰਮ ਪਦ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਛਿਜਦਾ ਨਹੀਂ ਹੈ, ਜਿਹੜਾ ਖੁੱਸਦਾ ਨਹੀਂ ਹੈ, ਜਿੱਥੇ ਪਾਉ ਨਹੀਂ ਵਿਆਪਦਾ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਆਪਾਂ ਵਿਚਾਰ ਕਰਦੇ ਹਾਂ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਬਾਬਾ ਬਿਖ ਦੇਖਿਆ ਸੰਸਾਰ। ਬਾਬਾ ਕਿਸ ਨੂੰ ਕਿਹਾ ਹੈ? ਪਰਮੇਸ਼ਰ ਨੂੰ। ਕਿ ਇਹ ਸੰਸਾਰ ਅਸੀਂ ਦੇਖਿਆ, ਇਹ ਵਿਖ ਹੈ, ਤ੍ਰੈ ਗੁਣਾਂ ਦਾ ਸੰਸਾਰ ਹੈ। ਜਦ ਤੱਕ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੋ ਜਾਂਦਾ, ਇਹ ਸੰਸਾਰ ਵਿਖ ਹੈ। ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਫਿਰ ਜਦੋਂ ਅਸੀਂ ਉਸ ਦੇ ਨਾਮ ਨੂੰ ਆਧਾਰ ਬਣਾ ਲੈਂਦੇ ਹਾਂ, ਫਿਰ ਉਹ ਸਾਡੀ ਰੱਖਿਆ ਕਰਦਾ ਹੈ। ਇਹ ਪ੍ਰਭੂ ਆਪ ਫਿਰ ਰਾਖੀ ਕਰਦਾ ਹੈ ਜਦੋਂ ਉਸ ਦੇ ਨਾਮ ਨੂੰ ਆਧਾਰ ਬਣਾ ਲੈਂਦੇ ਹਾਂ। ਪਰ ਕਦੋਂ ਬਣਾਉਂਦੇ ਹਾਂ? ਜਦੋਂ ਸਾਨੂੰ ਇਹ ਸੰਸਾਰ ਵਿਖ ਲੱਗਦਾ ਹੈ। ਜਦ ਤੱਕ ਸਾਨੂੰ ਇਹ ਮਿੱਠਾ ਲੱਗਦਾ ਹੈ, ਇਹ ਮਨ ਨੂੰ ਮੋਹਦਾ ਹੈ ਸੰਸਾਰ, ਉਨੀ ਦੇਰ ਅਸੀਂ ਪ੍ਰਭੂ ਦੀ ਸ਼ਰਨ ਦੇ ਵਿੱਚ ਨਹੀਂ ਜਾਂਦੇ, ਉਸ ਦੇ ਨਾਮ ਨੂੰ ਆਧਾਰ ਨਹੀਂ ਬਣਾਉਂਦੇ। ਜਦੋਂ ਇਹ ਸੋਝੀ ਹੋ ਜਾਂਦੀ ਕਿ ਨਹੀਂ, ਇੱਥੇ ਤਾਂ ਪਤਾ ਨਹੀਂ ਕਦੋਂ ਛੱਡ ਜਾਣਾ ਹੈ, ਇਹ ਝੂਠ ਹੈ, ਇਹ ਕੂੜਾ ਹੈ,
ਫਿਰ ਆਪਾਂ ਜੀਵ ਉਸ ਦੇ ਨਾਮ ਨੂੰ ਆਧਾਰ ਬਣਾਉਂਦਾ ਹੈ, ਫਿਰ ਉਸੇ ਦਾ ਆਸਰਾ ਤੱਕਦਾ ਹੈ, ਉਸੇ ਤੋਂ ਆਪਣੀ ਰੱਖਿਆ ਦੇ ਲਈ ਬੇਨਤੀ ਕਰਦਾ ਹੈ। ਫਿਰ ਆਪ ਸਾਡੀ ਰੱਖਿਆ ਕਰਦਾ ਹੈ। ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਤ ਹੈ। ਇਹ ਰਹੋ ਪੰਕਤੀਆਂ ਨੇ। ਜਾਂ ਤੂੰ ਸਾਹਿਬ ਤਾਂ ਪਉ ਕਿਹਾ, ਜਦ ਉਹ ਪ੍ਰਭੂ ਹੀ ਤੂੰ ਹੀ ਸਾਡਾ ਸਾਹਿਬ ਹੈ, ਤੇਰੇ ਨਾਲ ਹੀ ਪਿਆਰ ਪੈ ਗਿਆ ਹੈ, ਕਿਉਂਕਿ ਸਾਹਿਬ ਇੱਕ ਹੀ ਹੈ ਸੰਸਾਰ ਦੇ ਵਿੱਚ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਉਹ ਇੱਕ ਹੀ ਸਾਹਿਬ ਹੈ, ਸਾਚਾ ਸਾਹਿਬ ਸੱਚ ਨਾਏ, ਪਾਖਾ ਪਉ ਅਪਾਰ। ਸੱਚਾ ਸਾਹਿਬ ਹੈ ਉਹ, ਉਸ ਦਾ ਨਾਮ ਵੀ ਸੱਚਾ ਹੈ। ਉਹ ਅੱਜ ਵੀ ਹੈ, ਸਦਾ ਹੀ ਹੈ, ਅਬਿਨਾਸੀ ਹੈ। ਉਸ ਨੂੰ ਜਦੋਂ ਉਹ ਸਾਡਾ ਹੋ ਜਾਂਦਾ ਹੈ, ਉਸ ਦੇ ਨਾਮ ਨੂੰ ਅਸੀਂ ਆਧਾਰ ਬਣਾ ਲੈਂਦੇ ਹਾਂ, ਫਿਰ ਡਰ ਨਹੀਂ ਰਹਿੰਦਾ। ਫਿਰ ਕਿਸ ਦਾ ਡਰ ਹੈ? ਕਿਉਂਕਿ ਉਹੀ ਸਮਰੱਥ ਹੈ, ਉਸੇ ਦਾ ਸਾਰਾ ਕੁਛ ਪੈਦਾ ਕੀਤਾ ਹੋਇਆ ਹੈ। ਉਸੇ ਨੇ ਸੰਸਾਰ ਨੂੰ ਪੈਦਾ ਕੀਤਾ ਹੈ, ਉਸੇ ਨੇ ਦਿਨ ਰਾਤ ਦਾ ਖੇਲ ਬਣਾਇਆ ਹੈ, ਉਸੇ ਨੇ ਜਨਮ ਮਰਨ ਬਣਾਇਆ ਹੈ, ਉਸੇ ਨੇ ਆਵਾਗਾਵਨ ਸਿਰਜਿਆ ਹੈ, ਉਸੇ ਨੇ 84 ਲੱਖ ਜੂਨੀ ਬਣਾਈ ਹੈ, ਉਸੇ ਨੇ ਜਮਾਂ ਨੂੰ ਬਣਾਇਆ ਹੈ, ਧਰਮਰਾਜ ਬਣਾਇਆ ਹੈ, ਜੋ ਸਾਨੂੰ ਸਜ਼ਾਵਾਂ ਦਿੰਦਾ ਹੈ। ਪਰ ਜਦੋਂ ਉਸ ਪ੍ਰਭੂ ਦੇ ਨਾਲ ਹੀ ਪਿਆਰ ਪੈ ਗਿਆ, ਜਦੋਂ ਉਸ ਦੇ ਹੋ ਗਏ, ਫਿਰ ਸਾਰੇ ਉਸ ਨੂੰ ਪਿਆਰ ਕਰਦੇ ਨੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਫਿਰ ਉਸ ਵੱਲੋਂ ਸਾਜੇ ਹੋਏ ਇਹ ਜਿੰਨੇ ਵੀ, ਉਹ ਸਾਰੇ ਹੀ ਉਸ ਨੂੰ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ। ਜਿਹੜੇ ਅਧਰਮੀਆਂ ਨੂੰ ਡੰਡ ਦਿੰਦੇ ਨੇ, ਹਰੀ ਦੇ ਜਨਾਂ ਨੂੰ ਉਹ ਸਤਿਕਾਰ ਦਿੰਦੇ ਨੇ। ਫਿਰ ਭਉ ਖਤਮ ਹੋ ਜਾਂਦਾ ਹੈ। ਹਾਂ ਤੁਧ ਬਿਨ ਕਿਸ ਸਾਲਾਹੀ। ਅਸੀਂ ਕਿਸੇ ਦੀ ਸਲਾਹ ਨਾ ਕਿਉਂ ਕਰਦੇ? ਕਿਸੇ ਤੋਂ ਡਰਦੇ ਹਾਂ, ਕਿਸ ਨੂੰ ਕਿਤੇ ਇਹ ਸਾਤੋਂ ਰੁੱਸ ਨਾ ਜਾਵੇ ਜੇ ਇਹਦੀ ਸਿਰਫ ਸਲਾਹ ਨਾ ਕੀਤੀ। ਕਿਆ ਕੁਛ ਨਹੀਂ ਕਰ ਰਿਹਾ ਸੰਸਾਰ, ਲੇਕਿਨ ਜਿਹੜੇ ਉਸ ਨੂੰ ਮਿਲ ਲੈਂਦੇ ਨੇ, ਉਸ ਪ੍ਰਭੂ ਤੋਂ ਬਿਨਾਂ ਕਿਸੇ ਦੀ ਸਿਰਫ ਸਲਾਹ ਨਹੀਂ ਕਰਦੇ। ਹੁਣ ਤੁਧ ਬਿਨ ਕਿਸ ਸਲਾਹੀ, ਕਿਉਂਕਿ ਜਦ ਤੂੰ ਹੀ ਮਿਲ ਗਿਆ, ਤੇਰੇ ਤੋਂ ਵੱਡਾ ਕੋਈ ਨਹੀਂ। ਇਸ ਕਰਕੇ ਹੁਣ ਤੇਰੇ ਤੋਂ ਬਿਨਾਂ ਕਿਸ ਦੀ ਸਿਰਫ ਸਲਾਹ ਕਰੀਏ। ਏਕ ਤੂੰ ਤਾਂ ਸਭ ਕੁਛ ਹੈ, ਜੇ ਇੱਕ ਤੂੰ ਹੀ ਪ੍ਰਾਪਤ ਹੋ ਗਿਆ ਤਾਂ ਸਭ ਕੁਛ ਹੀ ਪ੍ਰਾਪਤ ਹੋ ਗਿਆ। ਮੈਂ ਤੁਧ ਬਿਨ ਦੂਜਾ ਨਹੀਂ। ਮੇਰੇ ਕੋਲ ਤਾਂ, ਮੈਨੂੰ ਤਾਂ ਹੁਣ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਬਾਕੀ ਸਾਰਾ ਕੁਛ ਹੀ ਵਿਖ ਹੈ, ਸੰਸਾਰ ਵਿਖ ਹੈ। ਤੂੰ ਹੀ ਹੈ ਕਿ ਜੋ ਸੱਚ ਹੈ। ਇਸ ਕਰਕੇ ਤੇਰੇ ਤੋਂ ਬਿਨਾਂ ਹੁਣ ਮੈਂ ਕਿਸ ਨੂੰ ਸਲਾਮਾਂ। ਜਾਣੈ ਬਿਰਥਾ ਸਭਾ ਮਨ ਕੀ। ਇੱਕ ਤੂੰ ਹੀ ਹੈ ਜਿਹੜਾ ਸਾਰਿਆਂ ਦੇ ਮਨਾਂ ਦੀ ਬਿਰਥਾ ਜਾਣਦਾ ਹੈ। ਹੋਰ ਕਿਸ ਪੈ ਆਖ ਸੁਣਾਈਏ? ਫਿਰ ਕਿਸ ਨੂੰ ਆਖ ਕੇ ਸੁਣਾਈਏ? ਜਿਹੜਾ ਜਾਣੀ ਜਾਣ ਹੀ ਹੈ, ਉਸ ਨੂੰ ਕੀ ਆਖ ਕੇ ਸੁਣਾਈਏ? ਤੂੰ ਤਾਂ ਸਭ ਦੀ ਜਾਣਦਾ ਹੈ। ਚੰਗੇ ਪਾੜੇ ਦੀ ਕਟ ਕਟ ਕੇ ਅੰਤਰ ਕੀ ਜਾਣ, ਤਾਂ ਭਲੇ ਬੁਰੇ ਕੀ ਪੀਰ ਪਛਾਣ। ਤੂੰ ਸਭ ਦੇ ਮਨ ਦੀਆਂ ਜਾਣਦਾ ਹੈ। ਫਿਰ ਅਸੀਂ ਹੋਰ ਕਿਸੇ ਨੂੰ ਕੀ ਆਖ ਕੇ ਸੁਣਾਈਏ? ਤੂੰ ਬਿਨਾਂ ਸੁਣਾਉਣ ਤੋਂ ਜਾਣਦਾ ਹੈ। ਬਿਨ ਨਾਵੈ ਸਭ ਜਗ ਬੌਰਾਇਆ। ਇਹ ਪ੍ਰਭੂ ਨਾਮ ਤੋਂ ਬਿਨਾਂ ਤਾਂ ਸਾਰਾ ਜੱਗ ਹੀ ਕਮਲਾ ਹੋਇਆ ਹੈ, ਬੌਰਾ ਹੋਇਆ ਹੈ। ਨਾਮ ਮਿਲੇ ਸੁਖ ਪਾਈਐ। ਇਸ ਕਰਕੇ ਨਾਮ ਦੀ ਪ੍ਰਾਪਤੀ ਹੋ ਜਾਵੇ, ਤੇਰਾ ਨਾਮ ਮਿਲੇ ਤਾਂ ਹੀ ਸੁਖ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਸਾਰਾ ਸੰਸਾਰ ਹੀ ਕਮਲਾ ਹੋਇਆ ਹੈ ਨਾਮ ਤੋਂ ਬਿਨਾਂ, ਗੁਰ ਦੇ ਸ਼ਬਦ ਤੋਂ ਬਿਨਾਂ। ਬਿਨ ਸ਼ਬਦ ਦੇ ਸਭ ਜਗ ਬੌਰਾਨਾ। ਕਿਆ ਕਹੀਏ ਕਿਸ ਆਖ ਸੁਣਾਈਏ। ਕਹਿੰਦੇ ਕਿਆ ਕਹੀਏ, ਕਿਸ ਨੂੰ ਆਖ ਕੇ ਸੁਣਾਈਏ। ਜੇ ਕਹਿਣਾ ਸੋ ਪ੍ਰਭ ਜੀ ਪਾਸ। ਜੇ ਕਹਿਣਾ ਹੈ ਉਹ ਤਾਂ ਪ੍ਰਭੂ ਦੇ ਕੋਲ ਹਾਂ, ਉਹ ਤਾਂ ਜਾਣਦਾ ਹੈ। ਇਸ ਕਰਕੇ ਕਿਸ ਨੂੰ ਆਖ ਕੇ ਸੁਣਾਈਏ। ਤੂੰ ਤਾਂ ਸਭ ਦੇ ਮਨਾਂ ਦੀ ਵਿਰਥਾ ਜਾਣਦਾ ਹੈ।
ਜਦੋਂ ਮਿਲਾਪ ਹੋ ਗਿਆ ਫਿਰ ਅਸੀਂ ਉਸ ਦੇ ਨਾਲ ਰਹਿੰਦੇ, ਉਹ ਸਾਡਾ ਸੰਗੀ ਹੋ ਜਾਂਦਾ ਹੈ। ਫਿਰ ਤਾਂ ਆਪਾਂ ਇੱਕ ਹੀ ਕਰਦੇ ਹਾਂ ਕਿ ਦੂਜੇ ਜੀਵਾਂ ਨੂੰ ਉਸ ਪ੍ਰਭੂ ਦੇ ਬਾਰੇ ਦੱਸਦੇ ਹਾਂ। ਹੋਰ ਆਪਣਾ ਦੁੱਖ ਸੁੱਖ ਆਪਣਾ ਕਿਸੇ ਕੋਲ ਨਹੀਂ ਆਖਦੇ, ਕਿਉਂਕਿ ਉਸ ਪ੍ਰਭੂ ਦੇ ਕੋਲ ਹੈ, ਉਹ ਜਾਣਦਾ ਹੈ। ਇਸ ਕਰਕੇ ਹੋਰ ਕਿਸੇ ਨੂੰ ਅਸੀਂ ਆਖ ਕੇ ਸੁਣਾਈਏ। ਸਭ ਕੁਛ ਕੀਤਾ ਤੇਰਾ ਵਰਤ ਹੈ, ਸਦਾ ਸਦਾ ਤੇਰੀ ਆਸ। ਸਭ ਕੁਛ ਹੈ ਪ੍ਰਭੂ ਤੇਰਾ ਹੀ ਕੀਤਾ ਵਰਤ ਰਿਹਾ ਹੈ। ਇਸ ਕਰਕੇ ਅਸੀਂ ਤੇਰੀ ਹੀ ਆਸ ਰੱਖਦੇ ਹਾਂ। ਤੂੰ ਜਾਣ ਹੀ ਜਾਣ ਹੈ, ਤੂੰ ਕੱਟ ਕੱਟ ਕੇ ਅੰਤਰ ਕੀ ਜਾਣਦਾ ਹੈ। ਇਸ ਕਰਕੇ ਦੂਜਾ ਕੁਝ ਦੇ ਨਹੀਂ ਸਕਦਾ, ਤੂੰ ਬਿਨਾਂ ਬੋਲਿਆ ਜਾਣਦਾ ਹੈ। ਇਸ ਕਰਕੇ ਤੇਰੀ ਆਸ ਰੱਖਦੇ ਹਾਂ ਮਨ ਦੇ ਵਿੱਚ। ਜੇ ਦੇ ਵਡਿਆਈ ਤਾਂ ਤੇਰੀ ਵਡਿਆਈ, ਹੇ ਪ੍ਰਭੂ ਜੇ ਤੈਨੂੰ ਭਾਵੇਂ ਤੂੰ ਸਾਨੂੰ ਵਡਿਆਈ ਬਖਸ਼ ਦੇਵੇਂ ਤਾਂ ਵੀ ਤੇਰੀ ਹੀ ਵਡਿਆਈ ਹੈ। ਇੱਥੋਂ ਤੋਂ ਤੁਝੇ ਧਿਆਉਂ, ਇੱਥੇ ਵੀ ਉੱਥੇ ਤੈਨੂੰ ਹੀ ਧਿਆਉਂਦਾ ਹਾਂ, ਕਿਉਂਕਿ ਤੇਰੀ ਮੌਜ ਹੈ। ਤੂੰ ਕੁਛ ਵੀ ਦੇ ਸਕਦਾ ਹੈ, ਇਹ ਤੇਰੀ ਵਡਿਆਈ ਹੈ। ਜੇ ਸਾਨੂੰ ਵਡਿਆਈ ਦਿੰਦਾ ਇਹ ਵੀ ਤੇਰੀ ਵਡਿਆਈ ਹੈ। ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਹੇ ਨਾਨਕ ਦੇ ਸੁੱਖਾਂ ਦੇ ਦਾਤੇ ਪ੍ਰਭੂ, ਮੈਂ ਤਾਣ ਤੇਰਾ ਇੱਕ ਨਾਮ। ਮੈਨੂੰ ਤਾਂ ਇੱਕ ਤੇਰੇ ਨਾਮ ਦਾ ਹੀ ਆਸਰਾ ਹੈ, ਨਾਮ ਦਾ ਹੀ ਬਲ ਹੈ, ਨਾਮ ਦੀ ਹੀ ਟੇਕ ਹੈ, ਨਾਮ ਹੀ ਤੇਰਾ ਆਧਾਰ ਹੈ। ਇਸ ਕਰਕੇ ਤੈਨੂੰ ਜਿਵੇਂ ਚੰਗਾ ਤੂੰ ਜਾਣਦਾ ਹੈ, ਬਿਨਾਂ ਬੋਲਿਆ ਜਾਣਦਾ ਹੈ। ਇਸ ਕਰਕੇ ਤੇਰੇ ਤੋਂ ਬਿਨਾਂ ਕਿਸੇ ਦੀ ਸਿਫਤ ਸਲਾਹ ਨਹੀਂ ਕਰਦੇ, ਤੇ ਤੇਰੇ ਨਾਮ ਨੂੰ ਆਧਾਰ ਹੈ ਬਣਾਇਆ ਹੈ। ਜੇ ਤੂੰ ਇਹ ਵਡਿਆਈ ਬਖਸ਼ਦਾ ਹੈ, ਇਹ ਵੀ ਤੇਰੀ ਵਡਿਆਈ ਹੈ। ਕਿਉਂਕਿ ਜਦੋਂ ਪ੍ਰਭੂ ਦੇ ਨਾਮ ਨੂੰ ਆਧਾਰ ਬਣਾਉਂਦੇ ਹਾਂ ਤਾਂ ਹੀ ਜੀਵ ਜੁੜਦਾ ਹੈ। ਜੇ ਸਾਨੂੰ ਇਹ ਭੇਤ ਆ ਜਾਵੇ ਕਿ ਇਸ ਸੰਸਾਰ ਜਿਹੜਾ ਹੈ, ਇਸ ਅੰਤ ਸਮੇਂ ਕੋਈ ਸਹਾਇਤਾ ਨਹੀਂ ਕਰਦਾ, ਇਹ ਸਾਨੂੰ ਪ੍ਰਭੂ ਤੋਂ ਵਿਛੋੜਦਾ ਹੈ, ਫਿਰ ਅਸੀਂ ਨਾਮ ਦੇ ਨਾਲ ਜੁੜਦੇ ਹਾਂ। ਆਓ ਅਗਲਾ ਸ਼ਬਦ ਹੈ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ, ਦਰਸ਼ਨ ਪੇਖਤ ਮੈਂ ਜੀਓ। ਹੁਣ ਪ੍ਰਭੂ ਨੂੰ ਦਰਸ਼ਨਾਂ ਦੇ ਨਾਲ ਸਾਡਾ ਜੀਵਨ ਹੋ ਜਾਂਦਾ ਹੈ, ਕਿਉਂਕਿ ਪ੍ਰਭੂ ਦੇ ਦਰਸ਼ਨ ਹੀ ਕਰ ਸਕਦੇ ਹਾਂ, ਧਿਆਈ ਸਕਦੇ ਹਾਂ। ਹੋਰ ਕੋਈ ਹੈ ਨਹੀਂ ਕਿ ਆਪਾਂ ਕਿਸੇ ਤਰੀਕੇ ਉਹਨੂੰ ਜਾਣ ਸਕੀਏ, ਸਿਰਫ ਧਿਆ ਸਕਦੇ ਹਾਂ, ਦੇਖ ਸਕਦੇ ਹਾਂ। ਦਰਸ਼ਨ ਦੇਖ ਦੇਖ ਕੇ ਉਸ ਨਾਲ ਪਿਆਰ ਕਰ ਸਕਦੇ ਹਾਂ। ਇਸ ਕਰਕੇ ਜਿਹੜੇ ਜੀਵ ਇੱਥੇ ਵੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਵੀ ਕਿਵੇਂ ਜਿਉਂਦਾ ਹਾਂ ਤੇਰੇ ਦਰਸ਼ਨ ਦੇਖ ਕੇ। ਦਰਸ਼ਨ ਦੇਖਤ ਮੈਂ ਜੀਉ, ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰਥਿਓ। ਪਰ ਦਰਸ਼ਨ ਕਿਵੇਂ ਹੁੰਦੇ ਨੇ? ਪਹਿਲਾਂ ਉਹਦਾ ਬਚਨ ਸੁਣਦੇ ਹਾਂ। ਉਹ ਆਪਣੇ ਜਨਾਂ ਦੁਆਰਾ ਸਾਨੂੰ ਸੱਚਾ ਗਿਆਨ ਦਿੰਦਾ ਹੈ, ਜੁਗਤ ਦਿੰਦਾ ਹੈ ਕਿ ਇਸ ਤਰੀਕੇ ਨਾਲ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ। ਫਿਰ ਉਹ ਵਚਨ ਸੁਣ ਕੇ, ਉਹਦੇ ਜਨਾਂ ਦੇ ਮੁਖ ਤੋਂ ਸੱਚਾ ਗੁਰ ਦਾ ਵਚਨ ਸੁਣ ਕੇ ਮਨ ਤਨ ਠੰਡਾ ਹੋ ਜਾਂਦਾ ਹੈ। ਜਦੋਂ ਅਸੀਂ ਮੰਨਦੇ ਹਾਂ, ਸੁਣ ਕੇ ਮੰਨ ਲੈਂਦੇ ਹਾਂ, ਫਿਰ ਉਸ ਨੂੰ ਪਾਉਂਦੇ ਹਾਂ, ਫਿਰ ਦਰਸ਼ਨ ਦਿੰਦਾ ਹੈ। ਫਿਰ ਸਾਡਾ ਜੀਵਨ ਕਿਹੜਾ ਹੈ? ਦਰਸ਼ਨ ਕਰਕੇ ਜੀਵਨਾ, ਕਿਉਂਕਿ ਹਰ ਥਾਂ ਹੈ, ਸਰਵਵਿਆਪੀ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ, ਕੋਈ ਐਸਾ ਸਮਾਂ ਨਹੀਂ ਜਦੋਂ ਨਹੀਂ। ਹਰ ਸਮੇਂ ਸਾਡੇ ਸਨਮੁਖ ਪ੍ਰਗਟ ਰਹਿੰਦਾ ਹੈ। ਪਰ ਜਦੋਂ ਅਸੀਂ ਬਚਨਾਂ ਨੂੰ ਸੁਣ ਕੇ ਮੰਨ ਲੈਂਦੇ ਹਾਂ, ਫਿਰ ਦਰਸ਼ਨ ਹੀ ਭਗਤੀ ਰਹਿ ਜਾਂਦੀ ਹੈ ਪ੍ਰਭੂ ਦੀ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਹ ਮਹਾਰਸ ਜਨੇ ਪੀਓ। हे ਪ੍ਰਭੂ, ਤੇਰਾ ਨਾਮ ਹੀ ਅੰਮ੍ਰਿਤ ਹੈ। हे ठाकुर,
तेरा नाम अमृत है। ये जिहड़ा महारस है ये तेरे जन पींदे ने। वो जन पींदा है जिन्हां ते तू किरपा करदा, जिन्हां ते तू जिहड़े तेरे दर्शन करके जीवदे ने। जन्म मरण चूकै पै पारे, ते उन्हां दा जन्म मरण खत्म हो जाता है। जिहड़ा उन्हां दे पार हुंदा है, जो करजा चढ़िया है जिस करके असीं जमदे हाँ, वो सारा कुछ ही उतर जाता है, पै भी खत्म हो जाता है। दुरत बिन सिओ परम बियो, दूजा जिहड़ा परम सी वो भी खत्म हो जाता है, जिहड़ी दुरमत सी वो भी खत्म हो जाती है जदों उस दे नाम नूं सुन लैंदे हाँ। जदों उस दे बचन जिहड़ा सतगुर है उस नूं मन दे सुन के मन विच बसा लैंदे हाँ, ते प्रभु दे दर्शन हो जाते ने। तुमरी किरपा ते पयो साध संग, हे प्रभु तुमरी किरपा सदका ही साध संग प्राप्त होया है, क्योंकि उसकी किरपा तो बिना सानू सच्ची संगत भी प्राप्त नहीं होती। यह काज तुम आप कियो, ते काज तू आप ही प्रभु कीता है, क्योंकि आप ही अपने जनां दी रसना तो बैठ के आप ही सानू अपना बचन सुनाउंदा है। उसका कारज है, किसी जीव का नहीं। जे आपां कहीए भी कोई कर सकता, मैं कहा मैं कर सकता हाँ, कोई भी नहीं कर सकता, क्योंकि उस प्रभु का अपना कारज है। आप कारज कराउण आउंदा है अपना संतां द्वारा। उत्थे संत जिहड़ा कारज करदा है, संत का कारज की हुंदा है? कथ कथा का ज्ञान देना, प्रभु की सिफ सलाह करनी। उत्थे आप मालक प्रगट हुंदा है। संतां के कारज आप खलोआ, हर काम करावण आया राम। ये हरि का जिहड़ा काम है, जिहड़ा प्रभु की सिफ सलाह आप उत्थे प्रगट रूप हुंदा है। तरत सुहावी ताल सुहावा, बिच अमृत जल छाया राम। सारे पासे धरती तो लैके सारे वो प्रकाश ही प्रकाश प्रगट हुंदा है अपने जनां नूं। आप अपने जनां द्वारा एक कारज करता है। दृढ़ कर चरण गहे प्रभु तुमरे, सहजे बिख्या पाई खियो। हे प्रभु फिर तेरे चरण, चरण की ने बचन सच्चा गुर दृढ़ करके उन्हां नूं जदों पकड़ लिया, हिरदे च वसा लिया, फिर तेरी किरपा दे नाल जिहड़ी यह सहज प्रगट हो गया, जिहड़ी विख्या सी त्रै गुण माया सी, ये खत्म हो गई। त्रै गुण माया, क्योंकि फिर सारे ही उसका रूप दिसना शुरू हो जाता है। फिर बिख खत्म हो जाती है। वे संसार तुम देख दे, ये हर का रूप है, रूप नतरी आया। सुख निदान नाम प्रभु तुमरा, ये अविनाशी मंत्र लियो। हे प्रभु सुखां दा खजाना तेरा नाम है, ये अविनाशी मंत्र प्राप्त किया, तू आप ही बख्शिश कीती है। कर किरपा मोहे सतगुर दीना, ताप संताप मेरा वैर कियो। आप किरपा करके मैनू सच्चा ज्ञान बख्शिश किया, सच्चा गुर दिता, सच्चा उपदेश दिता, ते मेरे अंदरों त्रै गुणी ताप जिहड़ा संताप सी, ते मेरे अंदर जिहड़ा वैर विरोध सी, त्रै गुणां दे विच त्रै गुणी जिहड़ा है, जिथे चिंतावां आशावां वैर विरोध पुन्न दान, ये सारा कुछ त्रै गुणां दे विच है। ये संताप कहते मेरा खत्म हो गया जदों तू आप कृपा करके मैनू सच्चा गुर दिता, सच्चा उपदेश बख्शिश किया। पर देंदा कौन है? आप। ये जिहड़े जीव चलते हैं उन्होंने फिर ये सारा भेत आ जाता है कि किसी जीव दे वस नहीं, आखण वाले दे वस नहीं। आखण वाला क्या विचारा सिफती परे तेरे भंडारा, जिस तू दे तिसे क्या चारा, नानक सच सवारन हारा। आप ही करने वाला है अपने जनां द्वारा, आप प्रगट हो के उन्हां दी रसना ते बैठ के आप ही इस नूं सच्चा उपदेश देंदा है। तन सो मानस देही पाई,
ਜਿਤ ਪ੍ਰਭ ਆਪਣੇ ਮੇਲਿਓ। ਕਹਿੰਦੇ ਉਹਨਾਂ ਜੀਵਾਂ ਦੇ ਹੀ ਇਹ ਦੇਹੀ ਧਨ ਹੈ, ਜਿਹੜੀ ਮਾਨਸ ਦੇਹੀ ਹੈ, ਜਿਨ੍ਹਾਂ ਨੂੰ ਪ੍ਰਭੂ ਆਪ ਕਿਰਪਾ ਕਰਕੇ ਮਿਲ ਲੈਂਦਾ ਹੈ। ਨਹੀਂ ਤਾਂ ਮਨੁੱਖਾ ਦੇਹੀ ਵੀ ਅਸੀਂ ਪਾ ਕੇ ਅਜਾਈਂ ਗਵਾ ਲੈਂਦੇ ਹਾਂ। ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਜਦ ਤੱਕ ਆਪ ਪ੍ਰਭੂ ਸਾਡੇ 'ਤੇ ਕਿਰਪਾ ਨਹੀਂ ਕਰਦਾ। ਇਸ ਕੇ ਧਨ ਜਿਹੜਾ ਜੀਵਨ ਹੈ, ਧਨ ਸਮਾਨਸ ਦੇਹੀ ਉਹਨਾਂ ਦੀ ਹੈ, ਜਿਨ੍ਹਾਂ ਨੂੰ ਪ੍ਰਭੂ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਧਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ। ਫਿਰ ਧਨ ਉਹ ਨੇ ਜਿਹੜੇ ਉਹਨਾਂ ਜਨਾਂ ਜਿਨ੍ਹਾਂ ਨੂੰ ਪ੍ਰਭੂ ਆਪ ਮਿਲ ਲੈਂਦਾ ਹੈ। ਐਸੇ ਸਾਧੂ ਜਨਾਂ ਦਾ ਸੰਗ ਕਰਕੇ ਫਿਰ ਅਸੀਂ ਕੀਰਤਨ ਗਾਉਂਦੇ ਹਾਂ, ਕੀਰਤਨ ਸੁਣਦੇ ਹਾਂ। ਕਿਉਂਕਿ ਗਾਉਣਾ ਕੌਣ ਕਿਸ ਨੇ ਹੈ? ਸਾਧੂ ਨੇ। ਸੁਣਨਾ ਕਿਸ ਨੇ ਹੁੰਦਾ? ਦੂਜੇ ਜੀਵਾਂ ਨੇ। ਕੀਰਤਨ ਕਿਹੜਾ ਕਰਨਾ ਹੁੰਦਾ ਹੈ? ਨਿਰਵਾਨ ਗੁਰ ਦਾ ਗਿਆਨ, ਉਹ ਜਿਹੜਾ ਓੰਕਾਰ ਇੱਕ ਧੁਨ ਏਕੋ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੇ, ਏਕੋ ਰਿਹਾ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ। ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਐਸਾ ਕੀਰਤਨ ਪੇ ਸਾਧੂ ਜਨਾਂ ਦੇ, ਕਿਉਂਕਿ ਕੀਰਤਨ ਬਹੁਤ ਗਾਉਂਦੇ ਨੇ। ਰਾਗੀ ਨਾਦੀ ਢਾਡੀ ਕਿੰਨਾ ਗਾਉਂਦੇ ਨੇ, ਪਰ ਪਰਮੇਸ਼ਰ ਨਹੀਂ ਖੁਸ਼ ਹੁੰਦਾ। ਅਤੇ ਉਹਦੇ ਜਨ ਵੀ ਜਿਨ੍ਹਾਂ ਨੂੰ ਇਹ ਸੋਝੀ ਹੋ ਜਾਂਦੀ, ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ, ਉਹ ਵੀ ਫਿਰ ਇਸੇ ਕੀਰਤਨ ਨੂੰ ਲੋਚਦੇ ਨੇ। ਉਹ ਵੀ ਪ੍ਰਭੂ ਦੇ ਆਗੇ, ਕਿਉਂਕਿ ਮਹਾਰਾਜ ਸਮਝਾਉਂਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ। ਅਤੇ ਉਹਦੇ ਜਨਾਂ ਨੂੰ ਕਿਹੜਾ ਕੀਰਤਨ ਚੰਗਾ ਲੱਗਦਾ? ਕਿੱਥੇ ਉਹਨਾਂ ਜਨਾਂ ਦਾ ਮਨ ਲੱਗਦਾ ਹੈ? ਜਹ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੈ। ਇਸ ਕਰਕੇ ਕਿਉਂਕਿ ਉਹਨਾਂ ਨੇ ਤ੍ਰੈ ਗੁਣੀ ਗਾਉਣਾ ਹੁੰਦਾ ਹੈ, ਅਤੇ ਉਹਦੇ ਜਨਾਂ ਨੇ ਨਿਰਵਾਨ ਕੀਰਤਨ ਕਰਨਾ ਹੁੰਦਾ ਹੈ। ਪ੍ਰਭੂ ਨੂੰ ਮਿਲਣ ਦਾ ਭੇਦ ਦੇਣਾ ਹੈ। ਇੱਕ ਨਿਮਖ ਆਪਾਂ ਕਰ ਲਈਏ, ਛੁੱਟ ਜਾਂਦੇ ਹਾਂ। ਬਸ ਕਿ ਆਪਣਾ ਗਿਆਨ ਛੱਡਣਾ ਹੁੰਦਾ ਹੈ। ਕਿਉਂਕਿ ਜੇ ਆਪਾਂ ਇੱਧਰ ਪੜ੍ਹਦੇ ਸਮਝਾਉਂਦੇ ਨੇ ਕਿ ਕਰਮ ਧਰਮ ਪਕਾਂਡ ਜੋ ਦੀਸ ਹੈ, ਸਭ ਜਮ ਜਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਪਰ ਸੁਣ ਕੇ ਜੇ ਵਿਸ਼ਵਾਸ ਆ ਗਿਆ, ਸੁਣ ਕੇ ਮੰਨ ਲਿਆ। ਹੁਣ ਇਸ ਕਰਕੇ ਸਮਝਾਉਂਦੇ ਨੇ ਕਿ ਜਿਨ੍ਹਾਂ ਨੇ ਨਾਮ ਨੂੰ ਆਧਾਰ ਬਣਾ ਲਿਆ ਹਿਰਦੇ ਦੇ ਵਿੱਚ, ਐਸੇ ਜਨਾਂ ਦਾ ਸੰਗ ਕਰਕੇ ਜਿਹੜੇ ਕੀਰਤਨ ਕਰਦੇ ਨੇ, ਗਾਉਂਦੇ ਨੇ, ਉਹਨਾਂ ਦਾ ਇਹ ਮਨੁੱਖਾ ਦੇਹੀ ਜਿਹੜੀ ਹੈ ਧਨ ਹੈ। ਆਪ ਪ੍ਰਭੂ ਕਿਰਪਾ ਕਰਕੇ ਹੀ ਇਹ ਸਾਰਾ ਕੁਛ ਸਾਧ ਸੰਗ ਬਖਸ਼ਦਾ ਹੈ। ਆਪ ਹੀ ਆਪਣਾ ਗਿਆਨ ਦਿੰਦਾ ਹੈ, ਆਪ ਹੀ ਮਨਾ ਵੀ ਲੈਂਦਾ ਹੈ, ਅਤੇ ਫਿਰ ਸਾਡਾ ਇਹ ਮਨੁੱਖਾ ਜਨਮ ਪਾਇਆ ਧਨ ਹੈ। ਧਨ 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 ਜਨ ਆਏ ਤੇ ਪ੍ਰਵਾਨ। ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਨ, ਧਨ 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 ਜਨ ਆਏ ਤੇ ਪ੍ਰਵਾਨ। ਆਇਆ ਸਫਲਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਪਣੀਐ, ਆਏ ਬਸੈ ਸਾਧੂ ਕੈ ਸੰਗੈ, ਅਨ ਦਿਨ ਨਾਮ ਧਿਆਵੈ ਰੰਗੇ। ਆਵਤ ਜੋ ਜਨ ਨਾਮੇ ਰਾਤਾ, ਜਾ ਕੋ ਦਇਆ ਮਇਆ ਬੇਦਾਤਾ, ਏਕੇ ਆਵਨ ਫਿਰ ਜੋ ਨ ਆਇਆ, ਨਾਨਕ ਹਰ ਕੇ ਦਰਸ ਸਮਾਇਆ। ਹਰੀ ਦੇ ਦਰਸ਼ਨਾਂ ਦੁਆਰਾ ਸਮਾਇਆ ਜਾਂਦਾ, ਕਿਉਂਕਿ ਦਰਸ਼ਨ ਹੀ ਭਗਤੀ ਹੈ ਪ੍ਰਭੂ ਦੀ। ਆਓ ਅਗਲਾ ਸ਼ਬਦ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ, ਸਤਿਗੁਰ ਮੇਰਾ ਸਦਾ ਦਿਆਲਾ, ਮੋਹਿ ਦੀਨ ਕੋ ਰਾਖ ਲਿਆ। ਕਿਉਂਕਿ ਸਤਿਗੁਰ ਸਦਾ ਦਿਆਲੂ ਹੈ। ਜਿਹੜੇ ਜੀਵ ਸਤਿਗੁਰ ਨੂੰ ਸਤ ਕਰਕੇ ਜਾਣਦੇ ਨੇ, ਜਿਹੜੇ ਉਹਦੇ ਜਨਾਂ ਦੁਆਰਾ ਸੁਣੇ ਬਚਨ, ਜਿਹੜਾ ਆਪ ਮੂੰਹੋਂ ਪ੍ਰਭੂ ਕਢਾਉਂਦਾ ਹੈ, ਉਹ ਸਤਿਗੁਰ ਦੀ ਬਾਣੀ ਜਿਹੜੀ ਹੈ, ਉਹ ਸਤਿਗੁਰ ਦੀ ਬਾਣੀ ਕੀ ਹੈ? ਜਿਹੜਾ ਸੱਚਾ ਗਿਆਨ, ਸੱਚਾ ਉਪਦੇਸ਼।
ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜਿਹੜੇ ਉਸ ਨੂੰ ਸਤ ਕਰਕੇ ਮੰਨਦੇ ਨੇ, ਜਿਹੜੇ ਜਾਣਦੇ ਨੇ ਕਿ ਹਾਂ ਇਹ ਕਿਸ ਜੀਵ ਨਹੀਂ ਦੇ ਸਕਦਾ, ਕੋਈ ਇਨਸਾਨ ਨਹੀਂ ਦੇ ਸਕਦਾ, ਇਹ ਤਾਂ ਆਪ ਪ੍ਰਭੂ ਹੀ ਦਿੰਦਾ ਹੈ, ਆਪਣੇ ਜਨਾਂ ਦੇ ਮੁਖੋਂ ਆਪ ਇਹ ਸ਼ਬਦ ਦਿੰਦਾ ਹੈ, ਆਪ ਮੂੰਹੋਂ ਕਢਾਉਂਦਾ ਹੈ। ਜਿਹੜੇ ਉਹਨੂੰ ਸਤ ਕਰਕੇ ਮੰਨ ਲੈਂਦੇ ਨੇ, ਫਿਰ ਉਹਨਾਂ 'ਤੇ ਸਦਾ ਦਿਆਲ ਹੁੰਦਾ ਹੈ। ਸਤਿਗੁਰ ਮੇਰਾ ਸਦਾ ਦਿਆਲਾ, ਮੋਹੇ ਦੀਨ ਕੋ ਰੱਖ ਲਿਆ। ਕਹਿੰਦੇ ਮੈਨੂੰ ਦੀਨ ਨੂੰ, ਗਰੀਬ ਨੂੰ, ਨਿਮਾਣੇ ਨੂੰ ਆਪ ਉਸਨੇ ਰੱਖ ਲਿਆ। ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦਿਆ। ਆਪ ਮੇਰੇ ਮੁਖ ਤੇ ਨਾਮ ਬਖਸ਼ਿਸ਼ ਕਰ ਦਿੱਤਾ, ਆਪਣੇ ਮੁਖ ਤੇ ਨਾਮ ਪ੍ਰਗਟ ਹੋ ਜਾਂਦਾ ਹੈ, ਅੰਮ੍ਰਿਤ ਨਾਮ। ਤੇ ਜਿਹੜਾ ਹਉਮੈ ਦਾ ਰੋਗ ਖਤਮ ਹੋ ਜਾਂਦਾ। ਜਿੰਨੀ ਦੇਰ ਹਉਮੈ ਦਾ ਰੋਗ ਹੈ, ਮੁਖ ਤੇ ਪ੍ਰਕਾਸ਼ ਨਹੀਂ ਹੋ ਸਕਦਾ। ਫਿਰ ਰੋਗ ਕੱਟਿਆ ਜਾਂਦਾ ਹਉਮੈ ਦਾ, ਫਿਰ ਮੁਖ ਉਜਲ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ, ਤੇ ਇਹ ਫਿਰ ਸੁਖ ਪ੍ਰਾਪਤ ਕਰਦਾ ਹੈ, ਕਿਉਂਕਿ ਮਨ ਨਿਰਮਲ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ। ਇਹ ਸਤਿਗੁਰ ਹੀ ਕਰ ਸਕਦਾ ਹੈ, ਆਪ ਹੀ ਪ੍ਰਭੂ ਕਰ ਸਕਦਾ ਹੈ, ਕੋਈ ਜੀਵ ਨਹੀਂ ਕਰ ਸਕਦਾ। ਕਿਉਂਕਿ ਜਿਹੜੇ ਜੀਵ ਨੇ, ਉਹਦੇ ਚਾਕਰ ਨੇ, ਉਹਦੇ ਕੂਕਰ ਨੇ, ਉਹ ਤਾਂ ਸਾਨੂੰ ਇੱਕ ਉੱਥੇ ਤੱਕ ਜਾਣ ਦਾ ਗਿਆਨ ਦੇ ਸਕਦੇ ਨੇ, ਉਹ ਵੀ ਉਦੋਂ ਜਦੋਂ ਆਪ ਸਤਿ ਬੁਲਾਉਂਦਾ ਹੈ, ਉਦੋਂ ਹੀ ਆਪਾਂ ਬੋਲ ਸਕਦੇ ਹਾਂ। ਜੀਵ ਤੂੰ ਬੁਲਾਏ ਤੇ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ। ਸਾਡੀ ਕੋਈ ਹਿੰਮਤ ਨਹੀਂ, ਅਸੀਂ ਨਹੀਂ ਕਰ ਸਕਦੇ। ਤੂੰ ਜਦੋਂ ਬੁਲਾਉਂਦਾ ਫਿਰ ਹੀ ਬੋਲਦੇ ਹਾਂ। ਸਾਧ ਸੰਗ ਨਾਨਕ ਗੁਣ ਗਾਇਓ, ਜੋ ਪ੍ਰਭੂ ਕੀ ਅਤ ਪਿਆਰੀ। ਕਿਉਂਕਿ ਉਹ ਪ੍ਰਭੂ ਦੀ ਅਤ ਪਿਆਰੀ ਸਾਧ ਸੰਗਤ ਹੈ। ਉੱਥੇ ਆਪ ਪ੍ਰਭੂ ਬੁਲਾਉਂਦਾ ਹੈ, ਫਿਰ ਉਹ ਜੀ ਬੋਲਦਾ ਹੈ। ਫਿਰ ਮੁਖ ਤੇ ਅੰਮ੍ਰਿਤ ਨਾਮ ਦੇ ਦਿੰਦਾ ਹੈ, ਮੁਖ ਉਜਲ ਕਰ ਦਿੰਦਾ ਹੈ। ਆਗਾ ਹੀ ਤੇ ਸਭ ਕਿਛ ਹੁਆ, ਅਵਰ ਕੇ ਜਾਣੈ ਗਿਆਨਾ। ਹੁਣ ਜਦੋਂ ਗੁਰ ਦਾ ਗਿਆਨ ਲੈ ਕੇ ਅੱਗੇ ਦੇਖਦੇ ਹਾਂ, ਸਾਹਮਣੇ ਦੇਖਦੇ ਹਾਂ, ਗੁਰ ਦੇ ਗਿਆਨ ਦੁਆਰਾ ਉੱਥੋਂ ਹੀ ਸਾਰਾ ਕੁਛ ਸਾਨੂੰ ਆਪ ਹੀ ਸਾਡੇ ਮੁਖ 'ਤੇ ਅੰਮ੍ਰਿਤ ਨਾਮ ਪ੍ਰਗਟ ਕਰ ਦਿੰਦਾ ਹੈ, ਮੁਖ ਉਜਲ ਕਰ ਦਿੰਦਾ। ਕਿਤੇ ਹੋਰ ਨਹੀਂ ਜਾਣਾ, ਸੱਜੇ ਖੱਬੇ ਨਹੀਂ, ਅੱਗੇ ਸਾਹਮਣੇ ਸਿੱਧਾ ਹੀ ਜੋ ਕੁਛ ਹੋਣਾ ਸਾਹਮਣੇ ਤੋਂ ਹੁੰਦਾ ਹੈ। ਹੋਰ ਕੁਛ ਨਹੀਂ, ਹੋਰ ਕੋਈ ਗਿਆਨ ਨਹੀਂ। ਜਿਹੜੇ ਜੀਵ ਗਿਆਨ ਦਿੰਦੇ ਵੀ ਨੇ, ਉਹ ਵੀ ਉਹਦੇ 'ਚ ਧਿਆਨ ਸਾਹਮਣੇ ਲਾਉਂਦੇ ਨੇ, ਕਿਉਂਕਿ ਉਸੇ ਨੇ ਕਰਨਾ ਹੈ। ਕੋਈ ਹੋਰ ਇਸ ਗਿਆਨ ਨੂੰ ਨਹੀਂ ਜਾਣ ਸਕਦਾ। ਆਪ ਪ੍ਰਭੂ ਆਪਣੇ ਜਨਾਂ ਦੁਆਰਾ ਇਹ ਕਰਵਾਉਂਦਾ, ਫਿਰ ਹੀ ਹੁੰਦਾ ਹੈ। ਭੂਲ ਚੂਕ ਆਪਣਾ ਵਾਰਕ ਬਖਸ਼ਿਆ, ਪਾਰ ਬ੍ਰਹਮ ਭਗਵਾਨਾ। ਪਾਰ ਬ੍ਰਹਮ ਭਗਵਾਨ ਹੈ, ਉਹ ਆਪਣੇ ਬਾਲਕ ਨੂੰ ਬਖਸ਼ ਦਿੰਦਾ ਹੈ, ਕਿਉਂਕਿ ਅਸੀਂ ਭੁੱਲੇ ਚੁੱਕੇ ਹਾਂ। ਭੁੱਲੇ ਚੁੱਕੇ ਦਾ ਕਿ ਸਾਨੂੰ ਗਿਆਨ ਹੀ ਨਹੀਂ ਹੈ। ਜਦੋਂ ਸਾਨੂੰ ਫਿਰ ਗਿਆਨ ਹੋ ਜਾਂਦਾ ਹੈ, ਫਿਰ ਅਸੀਂ ਸਾਵਧਾਨ ਰਹਿਣਾ ਹੁੰਦਾ ਹੈ, ਕਿਉਂਕਿ ਪਹਿਲੇ ਗੁਨਾਹ ਸਾਨੂੰ ਬਖਸ਼ ਦਿੰਦਾ। ਸਾਨੂੰ ਗਿਆਨ ਨਹੀਂ ਸੀ, ਅਸੀਂ ਭੁੱਲੇ ਚੁੱਕੇ ਸੀ, ਸ਼ਰਨ 'ਚ ਆ ਗਏ, ਪਰ ਉਸ ਦੀ ਦਇਆ ਨਾਲ ਸ਼ਰਨ 'ਚ ਆਏ, ਗਿਆਨ ਲਿਆ, ਪਿਛਲੇ ਗੁਨਾਹ ਬਖਸ਼ ਦਿੰਦਾ ਹੈ ਅਤੇ ਅੱਗੇ ਸਾਨੂੰ ਮਾਰਗ ਪਾ ਦਿੰਦਾ ਹੈ। ਪਰ ਫਿਰ ਸਾਨੂੰ ਸਾਵਧਾਨ ਰਹਿਣਾ ਹੁੰਦਾ ਕਿ ਫਿਰ ਸਾਨੂੰ ਭੁੱਲ ਨਹੀਂ ਕਰਨੀ ਚਾਹੀਦੀ। ਪਹਿਲਾਂ ਬਖਸ਼ ਦਿੰਦਾ ਹੈ, ਕਿਉਂਕਿ ਅਸੀਂ ਪਹਿਲਾਂ ਅਣਜਾਣੇ ਦੇ ਵਿੱਚ ਕਰਦੇ ਹਾਂ। ਜੈਸੇ ਬਾਲਕ ਪਾਏ ਸੋ ਪਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਦੇ ਪ੍ਰਭ, ਆਗੇ ਮਾਰਗ ਪਾਵੇ। ਇਸ ਕੇ ਪਿਛਲੇ ਔਗਣ ਸਾਨੂੰ ਬਖਸ਼ ਦਿੰਦਾ ਹੈ, ਕਿਉਂਕਿ ਅਸੀਂ ਜਾਣ ਬੁੱਝ ਕੇ ਨਹੀਂ ਕੀਤੇ ਹੁੰਦੇ, ਸਾਨੂੰ ਗਿਆਨ ਹੀ ਨਹੀਂ ਹੁੰਦਾ, ਅਣਜਾਣ ਦੇ ਵਿੱਚ ਹੁੰਦੇ ਹਨ। ਅਤੇ ਫਿਰ ਜਦੋਂ ਆਪਾਂ ਨੂੰ ਜਾਣ ਲਿਆ, ਫਿਰ ਜੇ ਆਪਾਂ ਕਰੀਏ, ਫਿਰ ਸਾਨੂੰ ਉਸ ਦੀ ਸਜ਼ਾ ਵੀ ਮਿਲਦੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੋ ਕੁਸ਼ਲਾਤ ਹੱਥ ਦੀਪਕ ਕੂਏ ਪਰੇ। ਇਸ ਕਰਕੇ ਫਿਰ ਸਾਵਧਾਨ ਰਹਿਣਾ ਹੁੰਦਾ ਹੈ। ਅਨੇਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਪਏ।
ਪਹਿਲਾਂ ਕੀਤੇ ਇੱਕ ਨਹੀਂ ਦੋ ਨਹੀਂ ਅਨੇਕਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਪ੍ਰਭੂ ਦਾ ਨਾਮ, ਕਿਉਂਕਿ ਦਿਆਲੂ ਹੈ, ਕਿਰਪਾਲੂ ਹੈ। ਪਿਛਲੇ ਕੀਤੇ ਸਾਡੇ ਮਾੜੇ ਕਰਮ ਪਾਪ ਕੀਤਿਆਂ ਨੂੰ ਬਖਸ਼ ਦਿੰਦਾ, ਇੱਕ ਨਹੀਂ ਕਰੋੜਾਂ ਪਾਪਾਂ ਦਾ। ਹਰ ਕਾ ਨਾਮ ਕੋਟ ਪਾਪ ਪਰ ਹਰੈ, ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਬੰਧਨ ਕਾਟੇ ਮੁਕਤ ਪਏ, ਬੰਧਨ ਕੱਟ ਦਿੰਦਾ ਹੈ, ਮੁਕਤ ਕਰ ਦਿੰਦਾ ਹੈ, ਆਪ ਦਇਆ ਕਰ ਦਿੰਦਾ ਹੈ। ਅੰਧਕੂਪ ਮਹਾਕੋਰ ਤੇ ਬਾਂਹ ਪਕੜ ਗੁੜ ਕਾਢ ਲਈਏ। ਅੰਧਕੂਪ ਜਿਹੜਾ ਤ੍ਰੈ ਗੁਣ ਇਹ ਸੰਸਾਰ ਹੈ, ਵਿਕ ਸੰਸਾਰ ਹੈ, ਇਸ ਨੂੰ ਅੰਧਕੂਪ ਕਿਹਾ ਹੈ। ਇੱਥੇ ਸਾਨੂੰ ਸੁਝਦਾ ਨਹੀਂ ਹੈ। ਇੱਥੇ ਜੀਵ ਡੱਡੂ ਦੀ ਨਿਆਈ ਨੇ ਖੂਹ ਦੇ ਵਿੱਚ ਪਏ ਨੇ। ਸਿਰਫ ਉਸੇ ਖੂਹ ਨੂੰ ਉਨਾ ਕੁ ਦਾ ਦਾਇਰਾ ਹੈ ਤ੍ਰੈ ਗੁਣਾਂ ਦਾ, ਚੌਥੇ ਪਦ ਦਾ, ਕਿਉਂਕਿ ਤ੍ਰੈ ਗੁਣ ਮਿਥਿਆ ਹੈ, ਇੱਕ ਸੀਮਤ ਹੈ। ਜਿਵੇਂ ਖੂਹ ਦਾ ਇੱਕ ਦਾਇਰਾ ਹੁੰਦਾ ਹੈ, ਇੱਦਾਂ ਹੀ ਚੌਥਾ ਪਦ ਬੇਅੰਤ ਹੈ, ਜਿਸ ਦੀ ਕੋਈ ਹੱਦ ਨਹੀਂ, ਅਨਹਦ ਹੈ। ਇਸ ਕਰਕੇ ਜੀਵ ਜਿਹੜੇ ਅੰਧਕੂਪ ਤੱਕ ਵਿੱਚ ਨੇ, ਉਹਨਾਂ ਨੂੰ ਫਿਰ ਇਹ ਸਾਰਾ ਸੰਸਾਰ ਹੀ ਜਿਹੜਾ ਹੈ, ਧਨ ਦੌਲਤ, ਇਹੀ ਕੁਛ ਬਹੁਤ ਕੁਛ ਲੱਗਦਾ ਹੈ। ਲੇਕਿਨ ਜਦੋਂ ਮਾਲਕ ਸਾਨੂੰ ਕੱਢ ਲੈਂਦਾ ਇਸ ਦੇ ਵਿੱਚੋਂ, ਜਦੋਂ ਉਸ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ, ਫਿਰ ਇਹ ਉਸ ਦਾ ਪਰਛਾਈ ਹੈ। ਇਹ ਸੰਸਾਰ ਉਸ ਦੀ ਪਰਛਾਈ ਹੈ। ਫਿਰ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਤਾਂ ਪਰਛਾਈ ਨਾਲ ਜੁੜੇ ਸੀ, ਪ੍ਰਭੂ ਦੇ ਨਾਲ ਨਹੀਂ ਜੁੜੇ। ਜਦੋਂ ਸਾਨੂੰ ਇਸ ਅੰਧਕੂਪ 'ਚੋਂ ਕੱਢ ਲੈਂਦਾ ਹੈ, ਪਰ ਕੱਢਦਾ ਆਪ ਹੈ ਬਾਂਹ ਦੇ ਕੇ। ਅੰਧਕੂਪ ਮਹਾਕੋਰ ਤੇ ਬਾਂਹ ਪਕੜ ਗੁੜ ਕੱਢ ਲਈਏ, ਆਪ ਕੱਢ ਲੈਂਦਾ ਹੈ। ਨਿਰਭਉ ਪਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ। ਉਹ ਰੱਖਣਹਾਰ ਪ੍ਰਭੂ ਉਹ ਹੀ ਰੱਖ ਸਕਦਾ ਹੈ। ਜਦੋਂ ਉਸਨੇ ਰੱਖ ਲਿਆ, ਕਹਿੰਦੇ ਫਿਰ ਨਿਰਭਉ ਹੋ ਗਏ, ਸਾਰੇ ਡਰ ਖਤਮ ਹੋ ਗਏ, ਸਗਲ ਭਉ ਮਿਟਿਆ, ਕਿਉਂਕਿ ਉਹ ਰਖਵਾਲਾ ਹੋ ਗਿਆ। ਜਦੋਂ ਪ੍ਰਭੂ ਹੀ ਸਾਡਾ ਰਖਵਾਲਾ ਹੋ ਗਿਆ, ਫਿਰ ਸਾਨੂੰ ਕਿਸ ਦਾ ਡਰ। ਪਰ ਇਹ ਕਿਹਨਾਂ ਦੀ ਇਹ ਭੋਲਾਪਨ ਜਦੋਂ ਹੈ, ਉਹੀ ਜੀਵ ਇਸ ਨੂੰ ਸਮਝਦੇ ਨੇ। ਜਿਵੇਂ ਆਪਾਂ ਦੇਖਦੇ ਹਾਂ, ਜਦੋਂ ਕੋਈ ਛੋਟਾ ਜਿਹਾ ਬੱਚਾ ਹੈ, ਉਹ ਆਪਣੇ ਮਾਤਾ ਪਿਤਾ ਦਾ ਸੰਗ ਹੈ, ਉਸ ਨੂੰ ਕੋਈ ਡਰ ਨਹੀਂ ਹੁੰਦਾ, ਕਿਉਂਕਿ ਉਸ ਨੂੰ ਆਪਣੇ ਮਾਤਾ ਪਿਤਾ 'ਤੇ ਬਹੁਤ ਵਿਸ਼ਵਾਸ ਹੁੰਦਾ ਹੈ। ਉਸ ਨੂੰ ਕੋਈ ਡਰ ਨਹੀਂ, ਪਰ ਉਹ ਭੋਲਾਪਨ ਹੈ। ਜੇ ਕੋਈ ਸਿਆਣਾ ਹੈ, ਉਹ ਫਿਰ ਵੀ ਡਰਦਾ ਰਹਿੰਦਾ ਹੈ। ਜਿਵੇਂ ਵੱਡਾ ਹੋ ਜਾਂਦਾ ਹੈ, ਮਾਤਾ ਪਿਤਾ ਵੀ ਹੁੰਦੇ, ਫਿਰ ਵੀ ਉਹ ਕੋਈ ਨਾ ਕੋਈ ਡਰ ਉਸ ਨੂੰ ਸਤਾਉਂਦਾ ਰਹਿੰਦਾ ਹੈ। ਇੱਦਾਂ ਹੀ ਜਦੋਂ ਭੋਲੇ ਭਾਲੇ ਲੋਕ ਪ੍ਰਭੂ ਦੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਆਪ ਪ੍ਰਭੂ ਕੱਢ ਲੈਂਦਾ ਹੈ, ਉਹਨਾਂ ਦਾ ਫਿਰ ਡਰ ਖਤਮ ਹੋ ਜਾਂਦਾ ਹੈ ਕਿ ਪ੍ਰਭੂ ਸਾਡਾ ਰਖਵਾਲਾ ਹੈ। ਜੋ ਕੁਛ ਕਰੇਗਾ ਉਹੀ ਕਰੇਗਾ। ਜੇ ਸਾਨੂੰ ਦੁੱਖ ਵੀ ਦੇਗਾ ਉਹ ਦੇਗਾ, ਜੇ ਸੁੱਖ ਦੇਗਾ ਉਹ ਦੇਗਾ, ਜੇ ਖੁਸ਼ੀ ਦੇਗਾ ਉਹ ਦੇਗਾ, ਗਮੀ ਦੇਗਾ ਉਹ ਦੇਗਾ। ਇਸ ਕਰਕੇ ਫਿਰ ਹੋਰ ਕਿਸੇ ਦਾ ਡਰ ਨਹੀਂ ਰਹਿੰਦਾ। ਨਹੀਂ ਤਾਂ ਲੋਕ ਹੋਰਾਂ ਨੂੰ ਪੂਜੀ ਜਾ ਰਹੇ ਨੇ, ਕੋਈ ਕਿਤੇ ਚੱਲਿਆ ਹੋਇਆ ਹੈ, ਕੋਈ ਕਿਸੇ ਨੂੰ ਮੱਥੇ ਰਗੜੀ ਜਾਂਦਾ ਹੈ। ਫਿਰ ਉਹ ਜੀਵ ਕਿਸੇ ਤੋਂ ਡਰ, ਕਿਸੇ ਦਾ ਡਰ ਨਹੀਂ, ਸਿਰਫ ਪੈ ਹੈ ਤਾਂ ਇੱਕ ਪਰਮੇਸ਼ਰ ਦਾ ਰੱਖਦੇ ਨੇ। ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ। ਇਹ ਪ੍ਰਭੂ ਤੇਰੀ ਐਸੀ ਦਾਤ ਹੈ, ਇਹ ਨਾਮ ਦੀ ਦਾਤ। ਮੇਰੇ ਸਾਰੇ ਹੀ ਕਾਰਜ ਤੂੰ ਸਵਾਰ ਦਿੱਤੇ। ਕਾਰਜ ਕੀ ਹੈ? ਜਨਮ ਸਫਲਾ ਕਰਨਾ। ਜਿਸ ਕਾਰਜ ਵਾਸਤੇ ਇਹ ਮਨੁੱਖਾ ਦੇ ਹੀ ਪ੍ਰਾਪਤ ਹੋਏ, ਉਹ ਕਾਰਜ ਪੂਰਾ ਹੋ ਗਿਆ। ਤੂੰ ਮੇਰਾ ਕਾਰਜ ਸਵਾਰ ਦਿੱਤਾ। ਨਾਮ ਦੀ ਦਾਤ ਬਖਸ਼ਿਸ਼ ਦਿੱਤੀ। ਨਾਮ ਨੂੰ ਪ੍ਰਾਪਤ ਕਰਨ ਵਾਸਤੇ ਦੇਹੀ ਮਿਲੀ ਸੀ, ਅਤੇ ਉਹ ਪ੍ਰਾਪਤ ਹੋ ਗਿਆ, ਅਤੇ ਸਾਡਾ ਕਾਰਜ ਵੀ ਪੂਰਾ ਹੋ ਗਿਆ। ਕਾਰਜ ਸਿਮਰ ਗਿਆ। ਸਵਾਰਿਆ ਕਿਸ ਨੇ? ਆਪ ਪ੍ਰਭੂ ਨੇ। ਕਿਵੇਂ? ਆਪਣੀ ਦਾਤ ਦੇ ਕੇ, ਨਾਮ ਦੀ। ਗੁਣ ਨਿਧਾਨ ਸਾਹਿਬ ਮਨ ਮੇਲਾ। ਹੁਣ ਸਾਹਿਬ ਦੇ ਨਾਲ ਮੇਲਾ ਹੋ ਗਿਆ ਅਤੇ ਗੁਣਾਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ। ਸਰਨ ਪਿਆ ਨਾਨਕ ਸਹੇਲਾ। ਜਿਹੜਾ ਵੀ ਉਹਦੀ ਸ਼ਰਨ ਚਲੇ ਜਾਂਦਾ ਹੈ, ਉਹ ਸਹੇਲਾ ਹੋ ਜਾਂਦਾ। ਜਿਵੇਂ ਸਤਿਗੁਰੂ ਸਮਝਾਉਂਦੇ ਕਿ ਉਸ ਦੀ ਸ਼ਰਨ ਵਿੱਚ ਅਸੀਂ ਪੈ ਗਏ, ਸੁਹੇਲੇ ਹੋਏ, ਅਤੇ ਉੱਥੋਂ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ। ਜਿਨ੍ਹਾਂ ਨੂੰ ਉਸ ਪ੍ਰਭੂ ਦੇ ਨਾਲ ਪਿਆਰ ਹੋ ਜਾਂਦਾ ਹੈ, ਜਿਹਨਾਂ ਦਾ ਉਹ ਰਖਵਾਲਾ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਕੋਈ ਵੀ
ਡਰ ਭੈ ਨਹੀਂ ਹੁੰਦਾ ਅਤੇ ਉਹ ਜੋ ਵੀ ਗੱਲ ਕਰਦੇ ਉਸ ਪ੍ਰਭੂ ਤੋਂ ਗਿਆਨ ਲੈ ਕੇ ਹੀ ਕਰਦੇ ਨੇ, ਕਿਉਂਕਿ ਉਸੇ ਦੇ ਹੁਕਮ ਦੇ ਵਿੱਚ ਚੱਲਦੇ ਨੇ। ਆਓ ਅਗਲਾ ਸ਼ਬਦ ਆਸਾ ਮਹੱਲਾ ਪੰਜਵਾਂ। ਫਿਰ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਇਹ ਮਹੱਲਾ ਕੀ ਹੈ? ਕਿਉਂਕਿ ਬਹੁਤ ਸਾਰੇ ਗੁਰਸਿੱਖਾਂ ਦੀ ਇਹ ਬਾਣੀ ਹੈ ਜਿਹੜੇ ਪੰਚਮ ਪਾਤਸ਼ਾਹ ਜੀ ਦੇ ਸਮੇਂ ਹੋਏ। ਹਰ ਗੁਰਸਿੱਖ ਆਪਣੀ ਆਪਣਾ ਅਵਸਥਾ ਬਿਆਨ ਕਰਦਾ ਹੈ, ਆਪਣਾ ਆਪਣਾ ਜੋ ਉਸ ਦੇ ਨੇ ਇਸ ਮਾਰਗ 'ਤੇ ਚੱਲ ਕੇ ਜਿਵੇਂ ਜਿਵੇਂ ਉਸ ਦਾ ਆਪਣਾ ਅਨੁਭਵ ਹੈ, ਆਪਣੇ ਅਨੁਭਵ ਨੂੰ ਬਿਆਨ ਕਰ ਰਿਹਾ ਹੈ ਅਤੇ ਸਤਿਗੁਰਾਂ ਨੇ ਉਹਨਾਂ ਵੱਲੋਂ ਕੀਤੇ ਬਿਆਨ ਨੂੰ ਦਰਜ ਕਰ ਦਿੱਤਾ ਹੈ। ਇਸ ਕਰਕੇ ਮਹੱਲਾ ਪੰਜਵਾਂ ਹੈ। ਮਹੱਲੇ ਦਾ ਭਾਵ ਹੁੰਦਾ ਹੈ ਕਿ ਜਿੰਨੇ ਵੀ ਪੰਚਮ ਪਾਤਸ਼ਾਹ ਜੀ ਦੇ ਸਮੇਂ ਦੇ ਗੁਰਸਿੱਖ ਹੋਏ, ਉਹਨਾਂ ਨੇ ਜੋ ਜੋ ਆਪਣਾ ਅਨੁਭਵ ਸ਼ੇਅਰ ਕੀਤਾ ਉਸ ਨੂੰ ਦਰਜ ਕਰ ਦਿੱਤਾ। ਇੱਕ ਸਮੂਹ ਹੈ ਗੁਰਸਿੱਖਾਂ ਦਾ। ਜਿਹੜਾ ਮਹੱਲਾ ਪਹਿਲਾ ਹੈ ਉਹ ਮਹੱਲੇ ਪਹਿਲੇ ਦੇ ਜਿੰਨੇ ਵੀ ਗੁਰਸਿੱਖ ਹੋਏ ਜਿਨ੍ਹਾਂ ਆਪਣਾ ਅਨੁਭਵ ਬਿਆਨ ਕੀਤਾ ਉਸ ਨੂੰ ਮਹੱਲੇ ਪਹਿਲੇ ਦੇ ਵਿੱਚ ਦਰਜ ਕਰ ਦਿੱਤਾ। ਜਿਹੜਾ ਦੂਜੇ ਪਾਤਸ਼ਾਹ ਦੇ ਸਮੇਂ ਦੇ ਸਿੱਖ ਗੁਰਸਿੱਖ ਹੋਏ ਜਿਨ੍ਹਾਂ ਆਪਣਾ ਅਨੁਭਵ ਬਿਆਨ ਕੀਤਾ ਉੱਥੇ ਮਹੱਲਾ ਦੂਜਾ ਬਿਆਨ ਕਰ ਦਿੱਤਾ। ਤੀਜੇ ਪਾਤਸ਼ਾਹ ਦੇ ਸਮੇਂ ਜਿਹੜੇ ਹੋਏ ਉਹਨੂੰ ਮਹੱਲਾ ਤੀਜਾ, ਚੌਥਾ ਪਾਤਸ਼ਾਹ ਦੇ ਸਮੇਂ ਉਹਨਾਂ ਨੂੰ ਮਹੱਲਾ ਚੌਥਾ, ਅਤੇ ਪੰਚਮ ਪਾਤਸ਼ਾਹ ਜੀ ਦੇ ਸਮੇਂ ਦੇ ਗੁਰਸਿੱਖਾਂ ਨੇ ਜੋ ਆਪਣਾ ਅਨੁਭਵ ਸ਼ੇਅਰ ਕੀਤਾ ਉਸ ਨੂੰ ਦਰਜ ਕਰ ਦਿੱਤਾ, ਉਹ ਮਹੱਲਾ ਪੰਜਵਾਂ ਹੈ। ਇਵੇਂ ਹੀ ਮਹੱਲਾ ਨੌਵੇਂ ਪਾਤਸ਼ਾਹ ਦੇ ਸਮੇਂ ਦੇ। ਇਸ ਕਰਕੇ ਇੱਕ ਦੀ ਬਾਣੀ ਨਹੀਂ ਹੈ, ਪਰ ਗੱਲ ਪਰਮੇਸ਼ਰ ਦੀ ਕੀਤੀ ਜਾਂਦੀ। ਵੱਖਰੇ ਵੱਖਰੇ ਗੁਰਸਿੱਖ ਆਪਣਾ ਅਨੁਭਵ ਸ਼ੇਅਰ ਕਰਦੇ ਨੇ ਤਾਂ ਕਿ ਅਸੀਂ ਵੀ ਸਮਝ ਕੇ ਕਿ ਸਾਨੂੰ ਇਹ ਵੀ ਪਤਾ ਚੱਲ ਜਾਵੇ ਕੋਈ ਇੱਕ ਨਹੀਂ ਪਰਮੇਸ਼ਰ ਨੂੰ ਮਿਲਿਆ, ਇੱਕ ਨਹੀਂ ਸਤਿਗੁਰਾਂ ਨੇ ਤਾਰਿਆ, ਪਤਾ ਨਹੀਂ ਕਿੰਨੇ ਕੁ ਗੁਰਸਿੱਖਾਂ ਨੂੰ ਤਾਰਿਆ ਹੈ, ਕਿੰਨੇ ਕੁ ਗੁਰਸਿੱਖਾਂ ਨੂੰ ਪ੍ਰਭੂ ਦੇ ਨਾਲ ਮਿਲਾਇਆ ਹੈ। ਆਓ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਚੀਤ ਆਵੇ ਤਾਂ ਸਦਾ ਦੇ ਅੱਲਾ, ਲੋਗਨ ਕਿਆ ਵਿਚਾਰੇ। ਚਿੱਤ 'ਚ ਵਸੇ, ਚਿੱਤ ਆਉਂਦਾ ਹੈ। ਕੌਣ ਆਉਂਦਾ ਹੈ ਚਿੱਤ 'ਚ? ਉਹਦੇ ਜਨਾਂ ਦੇ, ਉਹ ਪਰਮੇਸ਼ਰ। ਉਹ ਫਿਰ ਪ੍ਰਭੂ ਨੂੰ ਚਿੱਤ ਵਿੱਚ ਵਸਾਉਂਦੇ ਨੇ, ਉਸ ਦਿਆਲੂ ਨੂੰ, ਕਿਉਂਕਿ ਉਹਦੇ ਨਾਲ ਪਿਆਰ ਪੈ ਜਾਂਦਾ ਹੈ। ਲੋਕਣ ਕਿਆ ਵਿਚਾਰੇ। ਫਿਰ ਉਹ ਲੋਕਾਂ ਦੀ ਵਿਚਾਰ ਕੀ ਕਰਨੀ ਹੈ ਉਸਨੇ, ਕਿਉਂਕਿ ਉਹ ਤਾਂ ਪ੍ਰਭੂ ਦੇ ਨਾਲ ਚਿੱਤ ਜੋੜ ਲੈਂਦਾ ਹੈ। ਉਹ ਦਿਆਲਾ ਹੀ ਉਹਦੇ ਚਿੱਤ ਵਿੱਚ ਵਸਦਾ ਹੈ। ਬੁਰਾ ਭਲਾ ਕੋ ਕਿਸ ਨੂੰ ਕਹੀਏ, ਨਾ ਲੋਕਾਂ ਦੀ ਵਿਚਾਰ ਕਰੇ। ਲੋਕਾਂ ਦੀ ਵਿਚਾਰ ਕਰਾਂਗੇ, ਕਿਸੇ ਨੂੰ ਆਪਾਂ ਬੁਰਾ ਕਹਾਂਗੇ, ਕਿਸੇ ਨੂੰ ਭਲਾ ਕਹਾਂਗੇ। ਇਸ ਕਰਕੇ ਜਦ ਉਸ ਪ੍ਰਭੂ ਦੇ ਨਾਲ ਹੀ ਚਿੱਤ ਜੁੜ ਗਿਆ, ਸਗਲੇ ਜੀ ਤੁਮਾਰੇ, ਫਿਰ ਤਾਂ ਸਾਰੇ ਜੀਵ ਵੀ ਉਸ ਦੇ ਦਿਸਦੇ ਨੇ। ਇਸ ਕਰਕੇ ਲੋਕਾਂ ਦੀ ਵਿਚਾਰ ਕੀ ਕਰੀਏ, ਕਹਿੰਦੇ ਬਸ ਕਿਸ ਨੂੰ ਚਿੱਤ ਵਿੱਚ ਵਸਾਈਏ, ਉਸ ਪ੍ਰਭੂ ਨੂੰ। ਉਹੀ ਸਾਡੇ ਚਿੱਤ ਵਿੱਚ ਚੇਤੇ ਆਉਂਦਾ ਹੈ ਸਦਾ ਹੀ। ਕਿਉਂਕਿ ਲੋਕਾਂ ਦੀ ਵਿਚਾਰ ਕਰਾਂਗੇ, ਕਿਸੇ ਨੂੰ ਮਾੜਾ ਕਵਾਂ, ਕਿਸੇ ਨੂੰ ਚੰਗਾ ਕਵਾਂਗੇ, ਇਹਦੇ ਨਾਲ ਚੰਗਾ ਹੈ ਕਿ ਉਸ ਨੂੰ ਚੇਤੇ ਕਰਦੇ ਰਹੀਏ ਸਾਰੇ ਜੀ ਉਸੇ ਦੇ ਨੇ, ਚਾਹੇ ਕੋਈ ਮਾੜਾ ਹੈ ਕੋਈ ਚੰਗਾ ਹੈ। ਇਹ ਰਹੋ ਪੰਕਤੀਆਂ ਨੇ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚਿੱਤ ਆਵੇ ਤਾਂ ਸੇਵਾ। ਹੁਣ ਪ੍ਰਭੂ ਵਿਸਰ ਜਾਵੇ, ਫਿਰ ਇਹ ਸਾਰੇ ਆ ਜਾਂਦੇ ਨੇ ਮਨ ਨੂੰ, ਜਿਹੜੇ ਦੂਜੇ ਨੇ ਕਾਮ ਆਦਿਕ ਵੈਰ ਵਿਰੋਧ। ਪਰ ਜੇ ਚਿੱਤ ਆਉਂਦਾ ਹੈ, ਕਿਉਂਕਿ ਵਿਸਰ ਜਾਏਗਾ ਸੰਸਾਰੀ ਗੱਲਾਂ, ਲੋਕਾਂ ਦੀਆਂ ਗੱਲਾਂ ਕਰਨੀ ਸ਼ੁਰੂ ਕਰ ਦਾਂਗੇ, ਅਤੇ ਚਿੱਤ ਆ ਜਾਏਗਾ, ਫਿਰ ਉਹਦੀ ਸੇਵਾ ਹੋ ਜਾਂਦੀ ਹੈ। ਇਸ ਕਰਕੇ ਸਦਾ ਦਿਆਲ ਨੂੰ ਹੀ ਚਿੱਤ 'ਚ ਵਸਾਉਣਾ ਹੈ। ਚਿੱਤ ਆਵੇ ਤਾਂ ਸੇਵਾ। ਚਿੱਤ 'ਚ ਆਏਗਾ ਫਿਰ ਤੇਰੀ ਸੇਵਾ ਹੁੰਦੀ ਹੈ। ਵਿਸਰ ਜਾਏਗਾ ਫਿਰ ਹੋਰ ਪਾਸੇ ਮਨ ਚੱਲ ਪੈਂਦਾ ਹੈ, ਸੰਸਾਰੀ ਵਿਚਾਰਾਂ ਵਿੱਚ ਪੈ ਜਾਂਦਾ, ਲੋਕਾਂ ਦੀਆਂ ਵਿਚਾਰਾਂ 'ਚ ਪੈ ਜਾਂਦਾ ਹੈ। ਅਬਰ ਨਾ ਕੋ ਦੂਜਾ ਸੂਝੈ, ਸਾਚੇ ਲਖ ਪੇਵਾ। ਇਸ ਕਰਕੇ ਹੇ ਪ੍ਰਭੂ, ਹੁਣ ਸਾਨੂੰ ਪਤਾ ਹੈ ਕਿ ਤੈਨੂੰ ਵਿਸਰਾਂਗੇ ਦੂਜੇ ਦਾ ਲੱਗੇਗਾ,
ਤੂੰ ਚਿੱਤ 'ਚ ਰਹੇਗਾ, ਤੇਰੀ ਸੇਵਾ ਹੈ। ਇਸ ਕਰਕੇ ਹੁਣ ਅਸੀਂ ਦੂਜੇ ਦੀ ਸੋਝੀ ਨਹੀਂ ਲੈਂਦੇ, ਅਸੀਂ ਤੈਨੂੰ ਹੀ ਚਿੱਤ ਵਿੱਚ ਵਸਾ ਕੇ ਰੱਖਦੇ ਹਾਂ। ਤੂੰ ਸੱਚਾ ਹੈ, ਅਲੱਖ ਹੈ, ਅਭੇਵ ਹੈ। ਹੁਣ ਸਾਨੂੰ ਕੋਈ ਦੂਜਾ ਨਹੀਂ ਸੁਝਦਾ, ਕਿਉਂਕਿ ਦੂਜੇ ਨਾਲ ਜੁੜਾਂਗੇ। ਦੂਜੇ ਨਾਲ ਕਦੋਂ ਜੁੜਾਂਗੇ? ਜਦ ਪ੍ਰਭੂ ਨੂੰ ਵਿਸਰਾਂਗੇ। ਹੁਣ ਤੂੰ ਵਿਸਰਦਾ ਨਹੀਂ, ਇਸ ਕਰਕੇ ਅਸੀਂ ਦੂਜੇ ਨਾਲ ਨਹੀਂ ਜੁੜਦੇ, ਦੂਜੇ ਦੀਆਂ ਵਿਚਾਰਾਂ ਨਹੀਂ ਕਰਦੇ। ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰਾਖੇ। ਹੁਣ ਤਾਂ ਤੇਰੀ ਹੀ ਟੇਕ ਰੱਖੀ, ਤੇਰਾ ਹੀ ਆਸਰਾ ਰੱਖਿਆ ਹੈ, ਤੇਰੇ ਹੀ ਨਾਮ ਨੂੰ ਆਧਾਰ ਬਣਾਇਆ ਹੈ। ਇਸ ਕਰਕੇ ਤੂੰ ਆਪ ਹੀ ਸਾਨੂੰ ਹੱਥ ਦੇ ਕੇ ਰੱਖਦਾ ਹੈ, ਕਿਉਂਕਿ ਜਦੋਂ ਉਸ ਦੀ ਟੇਕ ਰੱਖਦੇ ਹਾਂ ਫਿਰ ਉਹ ਸਾਡੀ ਰੱਖਿਆ ਕਰਦਾ ਹੈ। ਜੇ ਅਸੀਂ ਆਸਰਾ ਹੋਰ ਦਾ ਰੱਖਦੇ ਫਿਰ ਪ੍ਰਭੂ ਸਾਡਾ ਰੱਖਿਆ ਨਹੀਂ ਕਰਦਾ, ਕਿਉਂਕਿ ਜਿਹੜੇ ਨਿਆਸਰੇ ਨੇ, ਨਿਆਸਰਿਆਂ ਦਾ ਆਸਰਾ ਬਣਦਾ ਹੈ, ਨਿਮਾਣਿਆਂ ਦਾ ਮਨ ਹੈ, ਨਿਤਾਣਿਆਂ ਦਾ ਤਨ ਹੈ। ਜਿਨ੍ਹਾਂ ਨੂੰ ਹੋਰ ਆਸਰੇ ਨੇ ਉਹਨਾਂ ਨੂੰ ਪ੍ਰਭੂ ਫਿਰ ਸਹਾਇਤਾ ਨਹੀਂ ਕਰਦਾ। ਜਿਹੜੇ ਸਿਰਫ ਪ੍ਰਭੂ ਦੀ ਹੀ ਆਸ ਰੱਖਦੇ ਨੇ, ਉਸੇ ਦਾ ਆਧਾਰ ਬਣਾ ਲੈਂਦੇ ਨੇ, ਫਿਰ ਉਹਨਾਂ ਦੀ ਰੱਖਿਆ ਵੀ ਆਪ ਕਰਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਤੇਰਾ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰਾਖੇ। ਜਿਸ ਜਨ ਉੱਪਰ ਤੇਰੀ ਕਿਰਪਾ, ਜਿਸ ਜਨ ਦੇ ਉੱਪਰ ਤੇਰੀ ਕਿਰਪਾ ਹੋ ਜਾਵੇ ਪ੍ਰਭੂ, ਤਿਸ ਕੋ ਵਿਪਨਾ ਕੋ ਪਖ ਹੈ। ਉਸ ਨੂੰ ਕੋਈ ਫਿਰ ਮਾੜਾ ਨਹੀਂ ਕਹਿੰਦਾ, ਨਾ ਉਹ ਕਿਸੇ ਨੂੰ ਗਲਤ ਗਿਆਨ ਦਿੰਦਾ ਹੈ, ਕਿਸੇ ਨੂੰ ਮਾੜੀ ਮੱਤ ਨਹੀਂ ਦਿੰਦਾ। ਜਿਹਦੇ ਉੱਪਰ ਉਹਦੀ ਕਿਰਪਾ ਹੋ ਜਾਵੇ ਉਹ ਵੀ ਉਸ ਪ੍ਰਭੂ ਦੀ ਸਿਫਤ ਸਲਾਹ ਹੀ ਕਰਦਾ ਹੈ। ਪਰ ਤਾਂ ਹੀ ਜੇ ਪ੍ਰਭੂ ਦਇਆ ਕਰਦਾ, ਜਿਹਦੇ 'ਤੇ ਕਿਰਪਾ ਕਰਦਾ ਹੈ। ਉਹ ਸੁੱਖ ਉਹ ਵਡਿਆਈ ਜੋ ਪ੍ਰਭ ਜੀ ਮਨ ਪਾਣੀ। ਕਹਿੰਦੇ ਉਹੀ ਅਸਲੀ ਸੁੱਖ ਹੈ, ਉਹੀ ਅਸਲੀ ਵਡਿਆਈ ਹੈ ਜਿਹੜੀ ਪ੍ਰਭੂ ਜੀ ਨੂੰ ਪਾ ਜਾਂਦੀ। ਜਿਹੜਾ ਮਨ ਪ੍ਰਭੂ ਨੂੰ ਪਾ ਗਿਆ ਉਹੀ ਫਿਰ ਸੁੱਖ ਹੈ ਅਸਲੀ, ਉਹੀ ਵਡਿਆਈ ਹੈ। ਫਿਰ ਉਹ ਜੀਵ ਕਿਹਦੀ ਵਡਿਆਈ ਕਰਦੇ ਨੇ? ਜੋ ਪ੍ਰਭੂ ਆਪਣੀ ਵਡਿਆਈ ਕਰਵਾਉਂਦਾ ਹੈ, ਉਸ ਨੂੰ ਚਿੱਤ ਦੇ ਵਿੱਚ ਵਸਾ ਕੇ ਰੱਖਦੇ ਨੇ, ਕਿਉਂਕਿ ਪ੍ਰਭੂ ਨੂੰ ਉਹੀ ਪਾਉਂਦਾ ਹੈ। ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲਿਆ ਰੰਗ ਮਾਣੀ। ਤੂੰ ਦਾਨਾ ਵੀ ਹੈ, ਦਾਤਾ ਵੀ ਹੈ, ਤੂੰ ਮਿਹਰਬਾਨ ਵੀ ਹੈ। ਤੂੰ ਜਦੋਂ ਫਿਰ ਸਾਨੂੰ ਇਹ ਨਾਮ ਦੀ ਬਖਸ਼ਿਸ਼ ਕਰਦਾ ਹੈ, ਫਿਰ ਅਸੀਂ ਨਾਮ ਦੇ ਰੰਗ ਨੂੰ ਮਾਣਦੇ ਹਾਂ। ਪਰ ਕਦੋਂ ਕਰਦਾ ਹੈ? ਜਦੋਂ ਤੇਰਾ ਆਸਰਾ, ਤੇਰਾ ਟੇਕ, ਤੈਨੂੰ ਆਧਾਰ ਬਣਾ ਲੈਂਦੇ ਹਾਂ। ਜਿਵੇਂ ਆਨੰਦ ਸਾਹਿਬ ਦੀ ਬਾਣੀ 'ਚ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵੇਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇਹ ਕੌਣ ਪ੍ਰਾਪਤ ਕਰਦਾ ਹੈ? ਜਿਹਨੂੰ ਆਪ ਦਿੰਦਾ ਹੈ। ਇਹ ਵੀ ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ। ਪਾਵੇ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ। ਇੱਕ ਇਹਨਾਂ ਨੂੰ ਆਪ ਸਵਾਰਦਾ, ਇੱਕ ਦੈ ਦਿਸਾ ਭਰਮ ਦੇ ਫਿਰਦੇ ਨੇ। ਗੁਰਪ੍ਰਸਾਦ ਦੀ ਮਨ ਪਿਆ ਨਿਰਮਲ, ਜਿਨ੍ਹਾਂ ਪਾਣਾ ਪਾਵੇ। ਜਿਹਨਾਂ ਨੂੰ ਪਾਣਾ ਪਾ ਗਿਆ, ਗੁਰ ਦਾ ਗਿਆਨ ਲੈ ਕੇ ਜਿਹਨਾਂ ਨੂੰ ਪਾ ਗਿਆ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਸੋ ਇਸ ਤਰੀਕੇ ਦੇ ਨਾਲ ਇਹ ਮਾਰਗ ਹੈ। ਪ੍ਰਭੂ ਜਦੋਂ ਕਿਰਪਾ ਕਰਦਾ ਹੈ, ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। हे ਪ੍ਰਭੂ, ਤੇਰੇ ਅੱਗੇ ਅਰਦਾਸ ਹੈ, ਤੇਰਾ ਹੀ ਸਾਰਾ ਕੁਛ ਹੈ। ਮਨ ਵੀ ਤੇਰਾ ਹੈ, ਤਨ ਵੀ ਤੇਰਾ ਹੈ, ਸਭ ਕੁਛ ਤੇਰਾ ਹੈ। ਤੇਰੇ ਅੱਗੇ ਹੀ ਅਰਦਾਸ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। हे ਪ੍ਰਭੂ, ਸਭ ਤੇਰੀ ਹੀ ਵਡਿਆਈ ਹੈ, ਤੂੰ ਹੀ ਕਰਵਾਉਣ ਵਾਲਾ ਹੈ। ਇਸ ਕਰਕੇ ਮੇਰਾ ਕੋਈ ਨਾਮ ਵੀ ਨਹੀਂ ਜਾਣਦਾ,
ਤੇ ਮੇਰਾ ਕੋਈ ਨਾਮ ਜਾਣੇ ਵੀ ਨਾ, ਕਿਉਂਕਿ ਤੇਰੀ ਵਡਿਆਈ ਹੈ। ਤੇਰੀ ਵਡਿਆਈ ਕਰਕੇ ਹੀ ਤੈਨੂੰ ਜਾਣਨ। ਇਹੀ ਸਾਡੀ ਅਰਦਾਸ ਹੈ ਕਿ ਮੈਨੂੰ ਨਹੀਂ ਕੁਛ, ਕਿਉਂਕਿ ਮੇਰਾ ਹੈ ਨਹੀਂ ਕੁਛ। ਮੈਂ ਤਾਂ ਤੈਨੂੰ ਸੌਂਪ ਦਿੱਤਾ ਹੈ, ਤਨ ਵੀ ਤੈਨੂੰ, ਮਨ ਵੀ ਤੈਨੂੰ, ਫਿਰ ਮੇਰਾ ਕੀ ਲੱਗਦਾ ਹੈ। कबीर मेरा मुझ में किश नहीं, जो किश है सो तेरा, तेरा तुझको सौंपते क्या लागा मेरा। फिर इस मार्ग ते जीव अपनी वड्याई नहीं चाहुंदा, किस दी वड्याई चाहुंदा करदा है, उस प्रभु दी। हे प्रभु, संसार दे विच तेरी वड्याई होवे, तेरी उस्तत होवे, साडी ना होवे, क्योंकि तू समर्थ है। असीं तां तेरे चाकर हाँ, नौकर हाँ। तेरी उस्तत दे विच ही साडी खुशी है। सो आओ प्यारिओ, आओ हुण आपां नाल नाल ਧਿਆਈਏ कि किवें बसना है। उस उपदेश नूं सुणीए जिहड़ा सच्चा उपदेश है, जिस नूं सुण के जे असीं मन लिया, विश्वास कर लिया, फिर प्रभु साडे मुख ते नाम दा कपड़ा प्रगट कर देंदा है, मुख उजल कर देंदा है, ते फिर असीं दरगाह 'च प्रवान हो जांदे हां। सो आओ किवें जाना है शरण दे विच। मन नेत्रां दे विच है, दोनां नेत्रां नूं जिथों सवास दे रहा है, इत्थों आपां गुफा 'च प्रवेश करना। ये दर है प्रभु दा, जिथों सवास देंदा, जिथे सानूं सारिआं नूं सवास दे के जिंदा रखदा है, ये दर है। इस पॉइंट ते आपां पहलां दोनां नेत्रां नूं सम करना है। साडा ध्यान इदां चलदा है दो जोतां दे विच, पर आपां चलना, हुण आपां चलदे हां यू टाइप, यू दी तरह चलना है, वी दी तरह, बस इन्ना है। जिवें ईड़ी अखर है, इदां आपां इत्थे आउणा है, इत्थों फिर आपां प्रवेश करके इधर नूं जाना है। इत्थों प्रभु दी शरण शुरू हो जाती है। फिर आपां साडे मस्तक ते सारिआं दे वसदा है, जिन्हां दे खुश हुंदे उन्हां दे प्रगट हो जांदा, दूजिआं दे गुप्त है सारिआं ते ही। सो उस्तों ही आपां नूं सब कुछ मिलना है। आपां की करना, पहलां दोनां नेत्रां नूं इस पॉइंट ते सम करके आपां आपे दा ज्ञान लेना, आपे बार समझना है कि असीं किस अवस्था 'च विचरदा है साडा मन। जेकर इत्थे दृष्टि फोकस करन दे नाल सानूं नक दिसदा है, फिर साडा मन दो चित्ती कह दईए, दो दृष्टि कह दईए, दुविधा कह दईए। जे नक नज़र आउंदा है, जे नक नज़र नहीं आउंदा, फिर असीं एक दृष्ट हाँ, एक चित हाँ, पर उत्थे भी जीवां नूं ज्ञान नहीं, वो भी भरम दे विच हुंदे ने, क्योंकि वो न जाणिया नहीं हुंदा कि असीं एक दृष्ट हाँ कि नहीं, एक चित हाँ कि नहीं। जे नक दिसदा है तां दो दृष्ट हाँ, जे नहीं दिसदा एक दृष्ट हाँ। फिर जे दिसदा है, फिर किस पासे तो दिसदा है, सज्जे दिसदा है, खब्बे जां दोनों पासे। सज्जे तमोगुण है, खब्बे रजोगुण, विचाले सतोगुण है। इन्ना अपने आप नूं पहचान लेना है। उस तो बाद फिर आप जी नूं आवाज़ देवांगे कि ध्यान सामने लेके, पहले इस पॉइंट ते देख के आपे दी पहचान करनी, फिर आवाज़ देवांगे कि ध्यान सामने लेके आओ, फिर आपां सामने देखना है। फिर जदों कहांगे मस्तक दे सामने, फिर पलकां उत्ते चुक, फिर जदों कहांगे सामने, फिर वापस सामने, फिर कहांगे इत्थे सम करके देखो, फिर दृष्टि इत्थे फोकस करके देखनी है। जे कोई नवां जीव, जे किसी नूं नक दिसदा सी, पूरे विश्वास नाल आपां करना है। फिर वापस आके देखना है, जेकर नक नज़रों हट गया, एक दृष्ट हो गए, फिर एक दृष्ट होके फिर असीं त्याउणा शुरू करना है। सो आओ प्यारिओ, पहला इस पॉइंट ते दृष्टि फोकस करके अपने आप नूं देखिए, आपे दी पहचान करिए।
सामने लेके आइए ध्यान, सामने देखिए। मस्तक दे सामने लै जो, पलकां उत्ते चुक दो। फिर सामने लेके आइए। फिर सम करके देखिए अपने आप को। फिर दृष्टि फोकस करके देखिए अपने प्रकाश रूप ਨੂੰ देखिए। जेकर कोई नवा जीव है, जे नख दिसदा सी उसने देखना है कि ਅਸੀਂ ਇੱਕ ਦ੍ਰਿਸ਼ਟ ਹੋ ਗਏ, ਨੱਕ ਦਿਸਣੋਂ ਹਟ ਗਿਆ। ਜਾਂ ਇਸ ਪਾਸੇ ਖੱਬੇ ਪਾਸੇ ਸਾਨੂੰ ਇੱਕ ਪਰਛਾਈ ਜੀ ਨਜ਼ਰ ਆ ਸਕਦੀ ਹੈ, ਧੁੰਦਲਾ ਧੁੰਦਲਾ ਨਜ਼ਰ ਆ ਸਕਦਾ ਹੈ। नीचे ले जो ध्यान, नीचे जिथे भी आप बैठे, जो थले विछया है कपड़ा चादर जो भी है, उस तो थोड़ा उपर देखने की कोशिश करनी है। उत्थे सानू प्रकाश अनुभव होना शुरू होएगा, पानी की तरह। जिमें जल दियां लहरां हुंदियां सरोवर दे विच, इदां ही सानू इत्थे प्रकाश की एक हलचल अनुभव होएगी।
ਆਓ ਸਮ ਕਰਕੇ ਦੇਖੀਏ ਆਪਣੇ ਆਪ ਨੂੰ। फिर नीचे लाए जुत्तियां नूं। और सम करके फिर देखिए अपने आप नूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਉਣਾ ਹੈ ਮਾਲਕ ਨੂੰ, ਸਾਹਮਣੇ ਹੀ ਹੈ, ਪਰ ਵਿਸ਼ਵਾਸ ਕਰਕੇ ਗੁਰ 'ਤੇ ਵਿਸ਼ਵਾਸ, ਇਹ ਸਮਝ ਕੇ ਕਿ ਇਹ ਪ੍ਰਭੂ ਤੇਰਾ ਵਚਨ ਹੈ, ਫਿਰ ਉਹ ਆਪ ਸਾਡਾ ਰਖਵਾਲਾ ਹੁੰਦਾ ਹੈ। ਇਸ ਕਰਕੇ ਵਿਸ਼ਵਾਸ ਹੈ। ਹਰ ਸਿਮਰਤ ਸਾਸ ਗਰਾਸ, ਪੂਰਨ ਵਿਸ਼ਵਾਸ, ਪੂਰੇ ਵਿਸ਼ਵਾਸ ਦੇ ਨਾਲ ਸਿਮਰਨਾ ਹੈ। ਕਿਉਂ ਮਨੋ ਵਿਸਾਰੀਆ ਜੀਓ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।